सतनाम श्री वाहिगुरु जी। सतगुर पास बेनंती आ मिलै नाम आधारा। तुठा सच्चा पातशाह ताप गया संसारा। भगतां की टेक तू संतां की ओट तू सच्चा सिरजनहारा। सच तेरी सामग्री सच तेरा दरबारा। सच तेरे खाजीनिया सच तेरा पासारा। तेरा रूप अगम है अनूप तेरा दरसारा। हऊँ कुर्बानी तेरिया सेवकां जिन हर नाम प्यारा। सभे इच्छा पूरिया जा पाया अगम अपारा। गुरु नानक मिलिया पार ब्रह्म तेरिया चरणा को बलिहारा। ज्ञान ध्यान किश कर्म न जाना नाहिन निर्मल करणी। साध संगत कै अंचल लावहो बिखम नदी जाए तरणी। सतनाम श्री वाहिगुरु जी। एक ओंकार सतगुर प्रसाद। गौड़ी 52 अखरी महला पंजवा। सलोक। गुरदेव माता गुरदेव पिता गुरदेव स्वामी परमेश्वरा। गुरदेव सखा अज्ञान भंजन गुरदेव बंदप सहोदरा। गुरदेव माता गुरदेव पिता। वाहिगुरु जी का खालसा वाहिगुरु जी की फतेह। सतगुरु गरीब नवाज पतत पावन भगत वशल। किरपा दे खजाने सतगुरु ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਜ਼ੂਰ ਦੇ 10 ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਘਰ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਅਤੇ ਗੁਰੂ ਕੀ ਸੰਗਤ ਦੀ ਅਸੀਸ ਦੁਆਰਾ ਜੋ ਹਜ਼ੂਰ ਦੀ ਉਚਾਰਨ ਕੀਤੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਗੁਰੂ ਕਿਰਪਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 250 ਤੇ ਇਹ ਕਥਾ ਪਹੁੰਚੀ ਹੈ ਔਰ ਹੁਣ ਤੱਕ ਗੌੜੀ ਰਾਗ ਦੇ ਸ਼ਬਦਾਂ ਅਸ਼ਟਪਦੀਆਂ ਅਤੇ ਸ਼ੰਤਾਂ ਦੀ ਵਿਚਾਰ ਹੋ ਚੁੱਕੀ ਹੈ। ਹੁਣ ਇਸ ਤੋਂ ਅੱਗੇ ਜੋ ਸਤਿਗੁਰੂ ਜੀ ਬਚਨ ਫਰਮਾ ਰਹੇ ਨੇ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ 52 ਅੱਖਰੀ। ਇਸ ਬਾਣੀ ਦੀ ਜੋ ਉਥਾਨਕਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ ਜਾਂ ਸੰਪਰਦਾਈ ਗਿਆਨੀ ਜੋ ਮੰਨਦੇ ਨੇ ਇੱਕ ਵਾਰੀ ਸਾਡੇ ਮਾਤਾ ਜੀ ਮਾਤ ਗੰਗਾ ਜੀ ਨੂੰ ਅੰਮ੍ਰਿਤਸਰ ਸਾਹਿਬ ਸ਼ਹਿਰ ਦੀਆਂ ਮਾਈਆਂ ਬੀਬੀਆਂ ਨੇ ਬੇਨਤੀ ਕੀਤੀ ਕਿ ਤਰਨਤਾਰਨ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਆਈਏ ਤਾਂ ਮਾਤਾ ਜੀ ਗਏ ਸਨ। ਜਦੋਂ ਵਾਪਸ ਪਰਤੇ ਤਾਂ ਰਸਤੇ 'ਚ ਆਉਂਦਿਆਂ ਕੁਛ ਮਾਈਆਂ ਬੀਬੀਆਂ ਨੇ ਐਸੇ ਬਚਨ ਕੀਤੇ ਕਿ ਆਪ ਗੁਰੂ ਕੇ ਮਹਿਲ ਹੋ ਅਤੇ ਗਹਿਣਾ ਗੱਟਾ ਕੋਈ ਪਾਇਆ ਹੋਇਆ ਹੀ ਨਹੀਂ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਆ ਕੇ ਦੱਸਿਆ ਗਿਆ ਕਿ ਇੰਝ ਮਾਈਆਂ ਬੀਬੀਆਂ ਨੇ ਇਹੋ ਜਿਹੇ ਬਚਨ ਕੀਤੇ ਹਨ। ਤਾਂ ਸਤਿਗੁਰੂ ਮਹਾਰਾਜ ਨੇ ਇਹ ਬਾਣੀ ਮਾਤਾ ਗੰਗਾ ਜੀ ਨੂੰ ਉਚਾਰਨ ਕਰਕੇ ਬਖਸ਼ਿਸ਼ ਕੀਤੀ ਕਿ ਇਸ ਬਾਣੀ ਨੂੰ ਤੁਸੀਂ ਕੰਠਾ ਭੂਖਣ ਬਣਾ ਲਓ। ਇਸ ਬਾਣੀ ਨੂੰ ਕੰਠ ਕਰੋ, ਯਾਦ ਕਰਕੇ ਇਸ ਦਾ ਰੋਜ਼ ਪਾਠ ਕਰਿਆ ਕਰੋ। ਇਹ ਲੋਕ ਪਰਲੋਕ ਦਾ ਗਹਿਣਾ ਹੈ। ਔਰ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਇਸ ਸੰਬੰਧ ਵਿੱਚ ਆਪਣੇ ਕੁਛ ਵਿਚਾਰ ਅੰਕਿਤ ਕਰਦੇ ਨੇ ਕਿ ਮਾਤਾ ਗੰਗਾ ਜੀ ਆਪ ਗਹਿਣਿਆਂ ਦੇ ਇੱਛਕ ਨਹੀਂ ਹੋ ਸਕਦੇ ਕਿਉਂਕਿ ਉਹ ਬੜੇ ਭਜਨੀਕ ਅਤੇ ਗੁਰੂ ਮਹਾਰਾਜ ਦੀ ਸਿੱਖਿਆ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਮਾਈਆਂ ਬੀਬੀਆਂ ਵੱਲੋਂ ਜ਼ਰੂਰ ਇਹ ਕਿਹਾ ਗਿਆ ਹੋਵੇਗਾ ਕਿ ਤੁਸੀਂ ਗਹਿਣੇ ਨਹੀਂ ਪਾਏ। ਕਿਸੇ ਦਾਸੀ ਨੇ ਸਤਿਗੁਰਾਂ ਨੂੰ ਬੇਨਤੀ ਕਰ ਦਿੱਤੀ ਜਾਂ
ਸਤਿਗੁਰਾਂ ਨੇ ਆਪ ਪੁੱਛਿਆ ਹੋਵੇਗਾ ਕਿ ਰਸਤੇ 'ਚ ਆਉਂਦਿਆਂ ਜਾਂਦਿਆਂ ਕੋਈ ਗੱਲਬਾਤ ਹੋਈ, ਅੰਤਰਜਾਮੀ ਸਤਿਗੁਰਾਂ ਨੇ ਪੁੱਛ ਲਿਆ ਹੋਵੇਗਾ ਤਾਂ ਮਾਤਾ ਗੰਗਾ ਜੀ ਨੇ ਦੱਸਿਆ। ਤਾਂ ਫਿਰ ਸਤਿਗੁਰੂ ਜੀ ਨੇ ਉਹਨਾਂ ਨੂੰ ਇਸ ਬਾਣੀ ਨੂੰ ਕੰਠ ਕਰਕੇ ਇਸ ਦਾ ਰੋਜ਼ ਪਾਠ ਕਰਨ ਵਾਸਤੇ ਆਗਿਆ ਕੀਤੀ ਹੋਵੇ। ਇਸ ਬਾਣੀ ਅੰਦਰ ਜਿਹੜੀ ਵਿਚਾਰਧਾਰਾ ਹੈ, ਜੋ ਸਿਧਾਂਤ ਹੈ, ਉੱਥੋਂ ਸਮਝ ਪੈਂਦੀ ਹੈ ਕਿ ਕੋਈ ਸੰਸਕ੍ਰਿਤ ਭਾਸ਼ਾ ਦਾ ਵਿਦਵਾਨ ਪੰਡਤ ਸਤਿਗੁਰਾਂ ਕੋਲ ਆਇਆ ਹੋਵੇਗਾ ਤਾਂ ਸਤਿਗੁਰੂ ਮਹਾਰਾਜ ਨੇ ਵਿੱਦਿਆ ਨੂੰ ਭਲ ਸਫਲ ਕਰਨ ਵਾਸਤੇ ਉਪਦੇਸ਼ ਦਿੱਤਾ ਕਿ ਜਿਹੜੇ ਸੰਸਕ੍ਰਿਤ ਦੇ 52 ਅੱਖਰ ਹਨ, ਉਹਨਾਂ ਤੋਂ ਸਾਨੂੰ ਕੀ ਉਪਦੇਸ਼ ਪ੍ਰਾਪਤ ਹੁੰਦਾ। ਇਸ ਬਾਣੀ ਦਾ ਨਾਮ 52 ਅੱਖਰੀ ਕਿਉਂ ਹੈ? ਜਿਹੜੇ ਰੋਮਨ ਲਿਪੀ ਦੇ ਅੱਖਰ ਨੇ, ਅੰਗਰੇਜ਼ੀ ਦੇ ਅੱਖਰ ਨੇ ABCDEF ਆਦਿਕ, ਉਹ 26 ਨੇ ਔਰ ਉਹਨਾਂ ਵਿੱਚੋਂ 5 ਅੱਖਰ ਸਵਰ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ 'ਚ ਵਾਵਲਸ ਕਿਹਾ ਜਾਂਦਾ, AEIOU, ਅਤੇ 21 ਅੱਖਰ ਕੰਸੋਨੈਂਟ ਹਨ, ਯਾਨੀ ਕਿ ਵਿਅੰਜਨ ਹਨ। ਇਸੇ ਤਰ੍ਹਾਂ ਜਿਹੜੀ ਫਾਰਸੀ ਲਿਪੀ ਹੈ ਉਹਨੂੰ ਸੀ ਹਰਫੀ ਕਿਹਾ ਜਾਂਦਾ ਹੈ। 30 ਅੱਖਰਾਂ ਨੂੰ ਉਸਦੇ ਇਸ ਕਰਕੇ ਉਹਨੂੰ ਹਰਫਨਾਮ ਅੱਖਰ ਦਾ ਸੀ ਹਰਫੀ 30 ਅੱਖਰੀ। ਅਤੇ ਇਸੇ ਤਰ੍ਹਾਂ ਗੁਰਮੁਖੀ ਲਿਪੀ ਦੇ 35 ਅੱਖਰ ਹਨ, ਊੜਾ ਐੜਾ ਈੜੀ ਆਦਿਕ। ਇਹਨਾਂ ਵਿੱਚੋਂ 32 ਅੱਖਰ ਵਿਅੰਜਨ ਹਨ, ਕੰਸੋਨੈਂਟ ਹਨ, ਔਰ 3 ਅੱਖਰ ਊੜਾ ਐੜਾ ਅਤੇ ਈੜੀ ਸਵਰ ਹਨ, ਯਾਨੀ ਕਿ ਵਾਵਲਸ ਹਨ। ਊੜੇ ਤੋਂ ਹੋੜੇ ਦੀ ਆਵਾਜ਼ ਨਿਕਲਦੀ ਹੈ, ਐੜਾ ਕੰਨੇ ਵਾਸਤੇ, ਈੜੀ ਸਿਹਾਰੀ ਆਵਾਜ਼ ਦੇਣ ਵਾਲੀ ਹੈ, ਇਤਿਆਦਿਕ। ਇਸੇ ਤਰ੍ਹਾਂ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਉਸਦੀ ਜੋ ਲਿਪੀ ਹੈ ਉਹਦੇ ਵਿੱਚ 52 ਅੱਖਰ ਨੇ। ਉਸ ਦੇ ਜਿਹੜੇ ਅੱਖਰ ਹਨ 33 ਤਾਂ ਕੰਸੋਨੈਂਟ ਹਨ, ਯਾਨੀ ਕਿ ਵਿਅੰਜਨ ਹਨ, ਅਤੇ 16 ਅੱਖਰ ਸਵਰ ਹਨ, ਵਾਵਲਸ ਹਨ, ਅਤੇ 3 ਅੱਖਰ ਯੁਕਤਾਖਰ ਹਨ, ਜਿਵੇਂ ਗੱਗੇ ਦੇ ਚਰਨਾਂ 'ਚ ਇੱਕ ਨਿਸ਼ਾਨ ਦਾ, ਅਤੇ ਇਸ ਤਰ੍ਹਾਂ ਖੱਖੇ ਦੀ ਆਵਾਜ਼ ਦੇਣ ਵਾਲਾ ਅੱਖਰ ਸੰਸਕ੍ਰਿਤ ਦਾ, ਅਤੇ ਇਸੇ ਤਰ੍ਹਾਂ ਇੱਕ ਤੱਤੇ ਦੇ ਚਰਨਾਂ 'ਚ ਅੱਧਾ ਰਾਰਾ। ਇਹ 3 ਅੱਖਰ ਯੁਕਤਾਖਰ ਮੰਨੇ ਗਏ ਨੇ। ਇਸ ਤਰ੍ਹਾਂ ਸੰਸਕ੍ਰਿਤ ਦੇ ਕੁੱਲ 52 ਅੱਖਰ ਹਨ। 52 ਨਾਮ 52 ਦਾ ਹੈ, ਜਿਹਨੂੰ ਅਸੀਂ 51, 52, 53 ਆਦਿਕ ਬੋਲਦੇ ਹਾਂ। ਉਹ 51 ਨੂੰ 51 ਕਹਿੰਦੇ ਨੇ ਅਤੇ 52 ਨੂੰ 52। ਇਸ ਕਰਕੇ ਇਹ ਸੰਸਕ੍ਰਿਤ ਦੇ 52 ਅੱਖਰਾਂ ਦੁਆਰਾ ਸਤਿਗੁਰੂ ਜੀ ਨੇ ਕਿਸੇ ਵਿਦਵਾਨ ਪੰਡਤ ਨੂੰ ਮੁਖਾਤਬ ਹੋ ਕੇ ਬਾਣੀ ਉਚਾਰੀ। ਔਰ ਜਦੋਂ ਬਾਣੀ ਉਚਾਰਨ ਕਰ ਚੁੱਕੇ ਤਾਂ ਉਦੋਂ ਫਿਰ ਮਾਤਾ ਗੰਗਾ ਜੀ ਨਾਲ ਜਦੋਂ ਮਿਲਾਪ ਹੁੰਦਾ, ਕਿਸੇ ਦਾਸੀ ਵੱਲੋਂ ਦੱਸਿਆ ਗਿਆ ਬਚਨ ਜਾਂ ਸਤਿਗੁਰੂ ਜੀ ਨੇ ਆਪ ਪੁੱਛਿਆ ਅਤੇ ਮਾਤਾ ਜੀ ਨੇ ਦੱਸਿਆ, ਤਾਂ ਸਤਿਗੁਰੂ ਜੀ ਨੇ ਇਹ ਬਾਣੀ ਬਖਸ਼ ਕੇ ਕਿਹਾ ਕਿ ਇਸ ਨੂੰ ਗਹਿਣਾ ਬਣਾ ਕੇ ਤੁਸਾਂ ਰੱਖਣਾ। ਇਹੋ ਹੀ ਲੋਕ ਪ੍ਰਲੋਕ ਦਾ ਗਹਿਣਾ। ਹਜ਼ੂਰ ਦੇ ਮੁੱਖ ਵਾਕ ਬਚਨ ਵੀ ਹਨ, ਜਨ ਨਾਨਕ ਨਾਮ ਅੰਤ ਵਾਰ ਗਹਿਣਾ। ਅੰਤ ਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਜਾਣ ਵਾਸਤੇ, ਉੱਥੋਂ ਦੀ ਸੋਭਾ ਪ੍ਰਾਪਤ ਕਰਨ ਵਾਸਤੇ ਨਾਮ ਹੀ ਗਹਿਣਾ ਹੈ। ਗਹਿਣਾ ਆਪਣੇ ਆਪ ਨੂੰ ਸਜਾਉਣ ਵਾਸਤੇ ਹੈ। ਸਰੀਰ ਨੂੰ ਸਜਾਉਣ ਲਈ ਤਾਂ ਸੋਨੇ ਚਾਂਦੀ ਹੀਰਿਆਂ ਆਦਿਕ ਜੜੇ ਹੋਏ ਗਹਿਣੇ ਹੁੰਦੇ ਨੇ, ਪਰ ਅੰਦਰ ਨੂੰ ਜਿਹੜਾ ਸਵਾਰਨਾ, ਆਪਣੀ ਮਨ ਦੀ ਅਵਸਥਾ, ਬੁੱਧੀ ਦੀ ਅਵਸਥਾ ਸਵਾਰਨੀ ਹੈ ਵਾਹਿਗੁਰੂ ਦੇ ਸਿਮਰਨ ਭਜਨ ਦੁਆਰਾ। ਇਹਦੇ ਨਾਲ ਹੀ ਅਸੀਂ ਸੱਜ ਫੱਬ ਸਕਦੇ ਹਾਂ ਵਾਹਿਗੁਰੂ ਦੇ ਦਰਬਾਰ ਵਿੱਚ। ਤਾਂ ਸਤਿਗੁਰੂ ਮਹਾਰਾਜ ਨੇ ਜੋ ਇਸ ਪਵਿੱਤਰ ਬਾਣੀ ਦੁਆਰਾ ਉਪਦੇਸ਼ ਸਾਨੂੰ ਬਖਸ਼ਿਆ, ਗੁਰੂ ਕਿਰਪਾ ਸਦਕਾ ਵਿਚਾਰ ਕੇ ਸੁਣ ਕੇ ਲਾਹ ਪ੍ਰਾਪਤ ਕਰੀਏ। ਇੱਕ ਅਦਵੈਤ ਸਰੂਪ ਪਰਮਾਤਮਾ ਹੈ, ਇੱਕੋ ਇੱਕ ਵਾਹਿਦ ਹਸਤੀ। ਉਹਦੇ ਨਾਮ ਅਨੇਕਾਂ ਹਨ। ਅੱਲਾ ਹੈ, ਖੁਦਾ ਹੈ, ਵਾਹਿਗੁਰੂ ਹੈ, ਰਾਮ ਹੈ, ਰਹੀਮ ਹੈ, ਕਰੀਮ ਹੈ, ਨਾਰਾਇਣ ਹੈ, ਦਮੋਦਰ ਹੈ, ਗੋਬਿੰਦ ਹੈ, ਗੋਪਾਲ ਹੈ, ਗੌਡ ਹੈ, ਯਹੋਵਾ ਹੈ। ਅਨੇਕਾਂ ਨਾਮ ਨੇ, ਪਰ ਹਸਤੀ ਉਹ ਇੱਕ ਹੀ ਹੈ ਅਤੇ ਓਅੰਕਾਰ ਵਿਆਪਕ ਸਰੂਪ ਹੈ। ਸਭਨਾਂ ਦੇ ਵਿੱਚ ਵਾਸਾ ਕਰਨ ਵਾਲਾ, ਸਾਰਿਆਂ ਨੂੰ ਆਪਣੇ 'ਚ ਵਾਸਾ ਦੇਣ ਵਾਲਾ, ਸਭਨਾਂ ਦਾ ਪ੍ਰਕਾਸ਼ਕ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਮਿਲਦਾ ਹੈ। ਗੌੜੀ ਰਾਗਣੀ ਹੈ, 52 ਅੱਖਰੀ ਇਸ ਬਾਣੀ ਦਾ ਨਾਮ ਹੈ ਕਿ 52 ਅੱਖਰਾਂ ਦੁਆਰਾ ਉਪਦੇਸ਼ ਹੈ।
ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਬਾਣੀ ਦੇ ਕਰਤਾ ਹਨ ਔਰ ਸਤਿਗੁਰੂ ਜੀ ਸ਼ਲੋਕ ਉਚਾਰਨ ਕਰਦੇ ਨੇ। ਇਹ ਸ਼ਲੋਕ ਇਸ ਬਾਣੀ ਦੇ ਆਰੰਭ ਵਿੱਚ ਵੀ ਹੈ ਅਤੇ ਇਸ ਬਾਣੀ ਦੇ ਅਖੀਰ ਵਿੱਚ ਵੀ ਉਚਾਰਨ ਕੀਤਾ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਨੂੰ ਮੰਗਲ ਕਰ ਰਹੇ ਨੇ। ਇੱਕ ਇਹ ਵੀ ਅਰਜ਼ ਕਰਦੇ ਹਾਂ ਕਿ ਪੁਰਾਤਨ ਸਮੇਂ ਤੋਂ ਵਿਦਵਾਨਾਂ ਨੇ ਮੰਗਲ 3 ਪ੍ਰਕਾਰ ਦੇ ਮੰਨੇ ਸਨ। ਨਮਸਕਾਰਕ ਮੰਗਲ, ਮੰਗਲ ਜਸ ਗਾਉਣਾ, ਆਪਣੇ ਇਸ਼ਟ ਨੂੰ ਆਰਾਧਣਾ, ਉਹਦਾ ਜਸ ਗਾਉਣਾ, ਵਡਿਆਈ ਕਰਨੀ, ਨਮਸਕਾਰ ਕਰਕੇ ਫਿਰ ਕੁਝ ਲਿਖਣਾ ਜਾਂ ਬੋਲਣਾ, ਜਿਵੇਂ ਕਥਾਕਾਰ ਜਾਂ ਢਾਡੀ ਜਾਂ ਰਾਗੀ ਸਿੰਘ ਪਹਿਲਾਂ ਮੰਗਲ ਕਰਦੇ ਨੇ। ਅਤੇ ਇਸੇ ਪ੍ਰਕਾਰ ਫਿਰ ਇੱਕ ਹੁੰਦਾ ਅਸ਼ੀਰਵਾਦਕ ਮੰਗਲ, ਅਸ਼ੀਰਵਾਦ ਪ੍ਰਾਪਤ ਕਰਨ ਲਈ ਬੇਨਤੀ, ਅਸੀਸ ਲੈਣ ਲਈ ਬੇਨਤੀ, ਆਪਣੇ ਇਸ਼ਟ ਦੇਵ ਦੇ ਚਰਨਾਂ 'ਚ ਬੇਨਤੀ। ਔਰ ਇਸੇ ਤਰ੍ਹਾਂ ਇੱਕ ਤੀਜਾ ਮੰਗਲ ਹੈ ਵਸਤੂ ਨਿਰਦੇਸ਼ਕ ਮੰਗਲ। ਸੋ ਜਿਸ ਦੇ ਅੱਗੇ ਬੇਨਤੀ ਕਰ ਰਹੇ ਹਾਂ ਉਹਦਾ ਸਰੂਪ ਵਰਣਨ ਕੀਤਾ ਜਾਂਦਾ, ਉਹਦੇ ਗੁਣਾਂ ਨੂੰ, ਵਡਿਆਈਆਂ ਨੂੰ ਵਰਣਨ ਕੀਤਾ ਜਾਂਦਾ। ਔਰ ਇਸੇ ਤਰ੍ਹਾਂ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਆਪਣਾ ਅਨੁਭਵੀ ਬਚਨ ਦੱਸਿਆ ਕਿ ਸਾਡੀ ਸਮਝ ਮੁਤਾਬਕ ਜੋ ਵਾਹਿਗੁਰੂ ਨੇ ਸਾਨੂੰ ਸੋਝੀ ਬਖਸ਼ੀ, ਉਹਦੇ ਮੁਤਾਬਕ ਇੱਕ ਚੌਥਾ ਮੰਗਲ ਹੈ ਆਤਮ ਚਿੰਤਨ ਮੰਗਲ। ਉਹਨਾਂ ਨੇ ਸਿੱਧ ਇਉਂ ਕੀਤਾ ਕਿ ਜੋ ਸਤਿਗੁਰੂ ਜੀ ਦੀ ਪਾਵਨ ਬਾਣੀ, ਇਸੇ ਬਾਣੀ 'ਚ ਬਚਨ ਹਨ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਿੰਦੇ ਇੱਕ ਇੱਕ ਪੰਕਤੀ 'ਚ 2-2 ਮੰਗਲ ਨੇ। ਡੰਡੌਤ ਬੰਦਨ ਅਨਕ ਬਾਰ, ਡੰਡੌਤ ਡੰਡੇ ਵੱਤ, ਡੰਡੇ ਵਾਂਗ ਲੰਮਾ ਪੈ ਕੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ। ਸਰਬ ਕਲਾ ਸਮਰੱਥ, ਤੇ ਹੋ ਗਿਆ, ਪਹਿਲਾ ਹੋ ਗਿਆ ਨਮਸਕਾਰਕ ਮੰਗਲ, ਦੂਸਰਾ ਹੋ ਗਿਆ ਵਸਤੂ ਨਿਰਦੇਸ਼ਕ ਮੰਗਲ। ਸਰਬ ਕਲਾ ਸਮਰੱਥ, ਜਿਹਦੇ ਅੱਗੇ ਮੈਂ ਨਮਸਕਾਰ ਕਰ ਰਿਹਾ ਲੰਮਾ ਪੈ ਕੇ, ਉਹ ਸਾਰੀਆਂ ਸ਼ਕਤੀਆਂ ਕਰਕੇ ਸਮਰੱਥਾਵਾਨ ਹੈ, ਸਮਰੱਥ ਹੈ, ਸਭ ਕੁਛ ਕਰ ਸਕਦਾ, ਇਹ ਭਾਵਨਾ ਹੋਣੀ। ਡੋਲਣ 'ਤੇ ਰਾਖੋ ਪ੍ਰਭੂ, ਇਹ ਅਸ਼ੀਰਵਾਦਕ ਮੰਗਲ ਹੈ, ਅਸੀਸ ਮੰਗਣੀ, ਬੇਨਤੀ ਕਰਨੀ ਕਿ ਚਿੱਤ ਨੂੰ ਡੋਲਣ ਡਿੱਗਣ ਤੋਂ ਰੱਖ ਲਿਓ, ਬਚਾ ਲਿਓ। ਅਗਲਾ ਮੰਗਲ ਆ ਨਾਨਕ ਦੇ ਕਰ ਹੱਥ, ਜਿਸ ਦੇ ਅੱਗੇ ਬੇਨਤੀ ਕਰ ਰਹੇ ਹੋ ਕਿਤੇ ਦੂਰ ਨਹੀਂ ਹੈ, ਨੇੜੇ ਖੜ੍ਹਾ ਹੈ ਅਤੇ ਉਹ ਆਪਣਾ ਕਿਰਪਾ ਰੂਪੀ ਹੱਥ ਮੇਰੇ ਸਿਰ 'ਤੇ ਰੱਖ ਕੇ ਅਤੇ ਮੈਨੂੰ ਬਚਾ ਲਵੇਗਾ। ਬਚਾ ਲੈਣ ਦੀ ਸਮਰੱਥਾ ਉਹਦੇ ਪਾਸ ਹੈ। ਉਹਦੇ ਅੱਗੇ ਬੇਨਤੀ ਵੀ ਜਿਵੇਂ ਇਸ਼ਟ ਆਪਣਾ ਨੇੜੇ ਕੋਲ ਹੀ ਖੜ੍ਹਾ, ਅਤੇ ਉਹਨੂੰ ਬੇਨਤੀ ਕਰ ਰਹੇ ਹਾਂ ਵੀ ਮਹਾਰਾਜ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਡੋਲਣ ਤੋਂ ਬਚਾ ਲਿਓ। ਸੋ ਇਹ ਆਤਮ ਚਿੰਤਨ ਮੰਗਲ ਹੈ। ਦੂਸਰੀ ਅੱਧੀ ਪੰਕਤੀ ਦਾ ਅਖੀਰ ਜਿਹੜਾ ਪਿਛਲਾ ਹਿੱਸਾ ਉਹ ਆਤਮ ਚਿੰਤਨ ਮੰਗਲ। ਰਹੋ ਵਿਚਾਰ, ਸਤਿਗੁਰੂ ਮਹਾਰਾਜ ਜੀ ਸਤਿਗੁਰਾਂ ਦਾ ਮੰਗਲ ਕਰ ਰਹੇ ਨੇ, ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਹਨ। ਉਹਨਾਂ ਤੋਂ ਵੱਡੇ ਸਤਿਗੁਰੂ ਅਮਰਦਾਸ, ਫਿਰ ਸਤਿਗੁਰੂ ਅੰਗਦ ਦੇਵ ਜੀ ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਇਸ਼ਟ ਦੇਵ, ਆਪਣੇ ਗੁਰੂ ਨੂੰ, ਆਪਣੇ ਸਤਿਗੁਰੂ ਨੂੰ ਆਰਾਧਣਾ। ਅਤੇ ਹਜ਼ੂਰ ਦੱਸ ਰਹੇ ਨੇ ਕਿ ਗੁਰਦੇਵ ਮਾਤਾ, ਕਿ ਗੁਰੂ ਦੇਵ, ਗੁਰ ਦਾ ਅਰਥ ਹੈ ਬਹੁਤ ਵੱਡਾ, ਸਭ ਤੋਂ ਵੱਡਾ ਗੁਰ, ਅਤੇ ਗੁਰ ਦਾ ਅਰਥ ਚੇਤਨ ਸਰੂਪ ਵੀ ਹੈ। ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ। ਜੋ ਵੱਡੇ ਸਤਿਗੁਰੂ ਹਨ ਪ੍ਰਕਾਸ਼ ਸਰੂਪ, ਅਕਾਲ ਪੁਰਖ ਵੀ ਗੁਰਦੇਵ ਹੈ, ਉਹ ਵੀ ਸਭ ਤੋਂ ਵੱਡਾ ਹੈ ਅਤੇ ਪ੍ਰਕਾਸ਼ ਰੂਪ। ਸਤਿਗੁਰੂ ਮਹਾਰਾਜ ਉਹਦਾ ਰੂਪ ਹਨ, ਅਭੇਦ ਹਨ। ਇਸ ਪ੍ਰਕਾਰ ਕਹਿੰਦੇ ਗੁਰੂ ਦੇਵ, ਗੁਰੂ ਪਰਮੇਸ਼ਰ ਸਤਿਗੁਰੂ ਮਹਾਰਾਜ ਮਾਤਾ ਰੂਪ ਹਨ। ਕਰੈ ਪ੍ਰਤਪਾਲ ਬਾਰਕ ਕੀ ਨਿਆਈ। ਸੋ ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲਕ। ਭਾਈ ਗੁਰਦਾਸ ਜੀ ਨੇ ਸਤਿਗੁਰੂ ਮਹਾਰਾਜ ਨੂੰ ਮਾਤਾ ਦੇ ਨਾਲ ਤਸ਼ਬੀਹ ਦਿੱਤੀ ਹੈ। ਉਹ ਇੰਝ ਲਿਖਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਜਨਨੀ ਯਤਨ ਕਰ ਜੁਗਵੈ ਜਠਰ ਰੱਖ, ਤਾ ਤੇ ਪਿੰਡ ਪੂਰਨ ਹੋਏ ਸੁਤ ਜਨਮਤ ਹੈ। ਮਾਂ ਨੂੰ ਜਿਸ ਵੇਲੇ ਪਤਾ ਲੱਗ ਜਾਂਦਾ ਕਿ ਮੇਰੇ ਪੇਟ ਵਿੱਚ ਬੱਚੇ ਦਾ ਨਿਮਣਾ ਹੋ ਗਿਆ, ਬੱਚੇ ਦਾ ਸਰੀਰ ਬਣਨਾ ਸ਼ੁਰੂ ਹੋਇਆ, ਉਸ ਦਿਨ ਤੋਂ ਹੀ ਲੈ ਕੇ ਮਾਤਾ ਉਸ ਬੱਚੇ ਦੀ ਪਰਵਰਿਸ਼ ਵਿੱਚ, ਉਹਦੀ ਪ੍ਰਤਪਾਲਣਾ ਵਿੱਚ ਜੁਟ ਜਾਂਦੀ ਹੈ। ਉਹਦੇ ਧਿਆਨ ਰੱਖਣ ਕਰਕੇ, ਪ੍ਰਤਪਾਲਾ ਕਰਨ ਕਰਕੇ, ਗਰਭ ਦੀ ਸੰਭਾਲ ਕਰਨ ਕਰਕੇ ਪੁੱਤਰ ਜਨਮ ਲੈਂਦਾ ਹੈ। ਜੇ ਮਾਤਾ ਧਿਆਨ ਨਾ ਦੇ, ਪ੍ਰਤਪਾਲਾ ਨਾ ਕਰੇ, ਤਾਂ ਫਿਰ ਸਰੀਰ
ਖਤਮ ਹੋ ਜਾਂਦਾ ਮਾਂ ਦੇ ਪੇਟ ਵਿੱਚ ਹੀ। ਔਰ ਇਸ ਪ੍ਰਕਾਰ ਤੰਦਰੁਸਤ ਵੀ ਨਹੀਂ ਹੋਵੇਗਾ। ਜੇ ਜਨਮ ਲੈ ਲਿਆ ਤੰਦਰੁਸਤ ਨਹੀਂ ਹੋਵੇਗਾ। ਜੇ ਮਾਂ ਉੱਚੇ ਨੀਵੇਂ ਥਾਂ ਪੈਰ ਨਹੀਂ ਰੱਖਦੀ, ਪ੍ਰਤਪਾਲਾ ਕਰਦੀ ਹੈ, ਤਾਂ ਫਿਰ ਹੀ ਪੁੱਤਰ ਜਨਮ ਲੈਂਦਾ। ਸਹੀ ਸਲਾਮਤ ਸਰੀਰ ਉਹਦਾ ਬਣਦਾ ਮਾਂ ਦੇ ਪੇਟ ਵਿੱਚ, ਤਾਂ ਤੇ ਪਿੰਡ ਪੂਰਨ ਹੋਏ ਸੁੱਤ ਜਨਮਤ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਬਹੁਰਿਓ ਅਖਾਦ ਖਾਦ ਸੰਜਮ ਸਹਿਤ ਰਹਿ, ਤਾਂ ਤੇ ਪੈ ਪੀਅਤ ਅਰੋਗਪਨ ਪਤ ਹੈ। ਫਿਰ ਜਿਹੜੀਆਂ ਚੀਜ਼ਾਂ ਖਾਣ ਨੂੰ ਉਹਦਾ ਚਿੱਤ ਨਹੀਂ ਕਰਦਾ, ਪਰ ਬੱਚੇ ਦੀ ਤੰਦਰੁਸਤੀ ਲਈ ਉਹ ਦਵਾਈਆਂ ਬੂਟੀਆਂ ਰਸਾਇਣਾਂ ਉਹ ਚੀਜ਼ਾਂ ਖਾਂਦੀ ਹੈ, ਜਿਹਦੇ ਕਰਕੇ ਮੇਰਾ ਬੱਚਾ ਦੁੱਧ ਪੀ ਕੇ ਤੰਦਰੁਸਤ ਰਹੇ। ਜਿਹੜੀਆਂ ਚੀਜ਼ਾਂ ਖਾਣ ਨੂੰ ਚਿੱਤ ਕਰਦਾ ਹੈ, ਪਰ ਇਹ ਖਿਆਲ ਕਿ ਪੁੱਤਰ ਦਾ ਸਰੀਰ ਰੋਗੀ ਨਾ ਹੋ ਜਾਏ, ਤੇ ਉਹ ਨਹੀਂ ਖਾਂਦੀ, ਆਪਣੇ ਆਪ ਨੂੰ ਸੰਜਮ ਵਿੱਚ ਰੱਖਦੀ ਹੈ। ਬਹੁਰਿਓ ਅਖਾਦ ਖਾਦ ਸੰਜਮ ਸਹਿਤ ਰਹਿ, ਤਾਂ ਤੇ ਪੈ ਪੀਅਤ ਰੋਗ ਪਨ ਪਤ ਹੈ। ਪੈ ਨਾਮ ਦੁੱਧ ਦਾ, ਉਸ ਮਾਂ ਦਾ ਦੁੱਧ ਪੀਂਦਾ ਹੋਇਆ ਬੱਚਾ ਫਿਰ ਅਰੋਗਤਾ ਦਾ ਪਾਤਰ ਬਣਦਾ ਹੈ, ਆਪ ਤੰਦਰੁਸਤ ਰਹਿੰਦਾ। ਨਹੀਂ ਤਾਂ ਉਹ ਘੜੀ ਮੁੜੀ ਬਿਮਾਰ ਹੋ ਕੇ ਉਹਦਾ ਸਰੀਰ ਹੀ ਖਤਮ ਹੋ ਸਕਦਾ, ਜੇ ਮਾਂ ਸੰਜਮ ਨਾ ਰੱਖੇ ਤਾਂ। ਫਿਰ ਤੀਜਾ ਪ੍ਰਮਾਣ, ਤੀਜਾ ਬਚਨ ਭਾਈ ਗੁਰਦਾਸ ਜੀ ਕਹਿੰਦੇ ਨੇ, ਮਲ ਮੂਤਰ ਧਾਰ ਕੋ ਵਿਚਾਰ ਨਾ ਵਿਚਾਰੈ ਚਿੱਤ, ਕਰੈ ਪ੍ਰਤਪਾਲ ਤਉ ਤਨ ਗਤ ਹੈ। ਮਲ ਮੂਤਰ ਧਾਰ ਕੋ ਵਿਚਾਰ ਨਾ ਵਿਚਾਰੈ ਚਿੱਤ। ਬੱਚਾ ਪਾਖਾਨਾ ਕਰ ਦਿੰਦਾ, ਪਿਸ਼ਾਬ ਕਰ ਦਿੰਦਾ, ਮਾਂ ਕਿਸੇ ਤਰ੍ਹਾਂ ਨੱਕ ਨਹੀਂ ਸਕੋੜਦੀ, ਉਹਦੀ ਗੰਦਗੀ ਸਾਫ਼ ਕਰਦੀ ਹੈ। ਰਾਤ ਨੂੰ ਸਾਰਾ ਦਿਨ ਥੱਕੀ ਟੁੱਟੀ ਕੰਮ ਤੋਂ ਰਾਤ ਨੂੰ ਸੌਂਦੀ ਹੈ ਮੰਜੇ ਬਿਸਤਰੇ 'ਤੇ, ਉਹ ਪਿਸ਼ਾਬ ਕਰ ਦਿੰਦਾ, ਮਾਂ ਉਹਨੂੰ ਫਿਰ ਚੁੱਕ ਕੇ ਸੁੱਕੇ ਥਾਂ 'ਤੇ ਪਾ ਦਿੰਦੀ, ਆਪ ਗਿੱਲੇ ਥਾਂ ਹੀ ਪੈ ਜਾਂਦੀ ਹੈ। ਦੂਜੇ ਪਾਸੇ ਵੀ ਪਿਸ਼ਾਬ ਕਰਦੇ, ਛਾਤੀ 'ਤੇ ਲਟਾ ਲੈਂਦੀ ਹੈ। ਆਪ ਥੱਕੀ ਹੋਈ ਹੈ, ਨੀਂਦ ਦੀ ਜ਼ਰੂਰਤ ਆ ਉਸਨੂੰ ਵੀ ਗੂੜੀ ਨੀਂਦ ਆਵੇ, ਪਰ ਬੱਚੇ ਵਿੱਚ ਉਹਦਾ ਰਾਤ ਵੀ ਧਿਆਨ ਰਹਿੰਦਾ, ਇਹ ਗੂੜੀ ਨੀਂਦ ਸੌਂ ਲੈ, ਮੇਰੀ ਕੋਈ ਗੱਲ ਨਹੀਂ। ਏਡੀ ਵੱਡੀ ਤਪੱਸਿਆ ਮਾਂ ਕਰਦੀ ਹੈ ਪੁੱਤਰ ਦੀ ਖਾਤਰ, ਉਹਦੀ ਪ੍ਰਤਪਾਲਾ ਕਰਨ ਵਾਸਤੇ, ਤੰਦਰੁਸਤ ਰੱਖਣ ਵਾਸਤੇ। ਕਰੈ ਪ੍ਰਤਪਾਲ ਬਾਲ ਤਉ ਤਨ ਗਤ ਹੈ, ਤਾਂ ਹੀ ਉਹਦਾ ਗਤ ਸਰੀਰ ਵੱਡਾ ਹੁੰਦਾ। ਫਿਰ ਭਾਈ ਗੁਰਦਾਸ ਜੀ ਇਹ ਮਾਤਾ ਦੀ ਤਪੱਸਿਆ ਦਰਸਾ ਕੇ ਕਹਿੰਦੇ ਨੇ, ਤੈਸੇ ਅਰਬਕ ਰੂਪ ਸਿੱਖ ਹੈ ਸੰਸਾਰ ਮੱਧ। ਅਰਬਕ ਨਾਮ ਬੱਚੇ ਦਾ ਹੈ। ਕਹਿੰਦੇ ਇਸੇ ਤਰ੍ਹਾਂ ਜੋ ਸਿੱਖ ਸੰਸਾਰ ਦੇ ਅੰਦਰ ਹੈ, ਗੁਰੂ ਨਾਨਕ ਸਾਹਿਬ ਦਾ ਸਿੱਖ, ਉਹ ਅਰਬਕ ਰੂਪ ਹੈ, ਬੱਚਾ ਰੂਪ ਹੈ। ਸ਼੍ਰੀ ਗੁਰ ਦਇਆਲ ਕੀ ਦਇਆ ਕੈ ਸਨ ਗਤ ਹੈ। ਸਤਿਗੁਰੂ ਮਹਾਰਾਜ ਜੀ ਦੀ ਦਇਆਲਤਾ ਕਿਰਪਾਲਤਾ ਦੁਆਰਾ ਹੀ ਇਹਦੀ ਗਤ ਕਲਿਆਣ ਹੈ। ਗਤ ਨਾਮ ਉੱਚੀ ਆਤਮਿਕ ਅਵਸਥਾ ਇਸ ਨੂੰ ਪ੍ਰਾਪਤ ਹੁੰਦੀ ਹੈ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ, ਕਿਉਂਕਿ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਗੁਰੂ ਸਾਹਿਬ ਜੀ ਕੇਵਲ ਉਪਦੇਸ਼ ਕਰਤਾ ਨਹੀਂ ਹਨ, ਸਤਿਗੁਰੂ ਜੀ ਸਿੱਖ ਦੀ ਭਾਵਨਾ ਕਰਕੇ ਬਖਸ਼ਿਸ਼ਾਂ ਵੀ ਕਰਦੇ ਨੇ। ਉਪਦੇਸ਼ ਲੋਕ ਤੇ ਪਹਿਲਾਂ ਵੀ ਬੜੇ ਹੋਏ ਨੇ। ਸਨਾਤਨ ਮਤ ਦੇ ਬ੍ਰਾਹਮਣ ਪੰਡਤ ਲੋਕ, ਚਾਰ ਚਾਰ ਵੇਦਾਂ ਦੇ ਗਿਆਤੇ, ਬੜਾ ਗਿਆਨ ਸੀ ਉਹਨਾਂ ਦੇ ਪਾਸ। ਇਹੋ ਜਿਹੇ ਉਪਦੇਸ਼ ਕਰਤਾ ਨਹੀਂ ਸਤਿਗੁਰੂ, ਕੇਵਲ ਉੱਚੀ ਆਤਮਿਕ ਅਵਸਥਾ ਬਖਸ਼ਣ ਵਾਲੇ ਹਨ, ਜੀ ਦਾਨ ਬਖਸ਼ਣ ਵਾਲੇ ਨੇ। ਆਪ ਪਰਮਾਤਮਾ ਦੇ ਵਿੱਚ ਅਭੇਦ ਹਨ ਤੇ ਸਾਨੂੰ ਪਰਮਾਤਮਾ ਦਾ ਰੰਗ ਲਾਉਣ ਦੀ ਸਮਰੱਥਾ ਰੱਖਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਨੂੰ ਸੰਸਾਰ ਨੇ ਪੂਜਿਆ, ਜਗਤ ਗੁਰੂ ਗੁਰੂ ਨਾਨਕ ਦੇਵ। ਸੋ ਗੁਰਦੇਵ ਜੀ ਮਾਤਾ ਦੀ ਨਿਆਈ ਸਿੱਖ ਦੀ ਪ੍ਰਤਪਾਲਾ ਕਰਨ ਵਾਲੇ ਨੇ। ਗੁਰਦੇਵ ਪਿਤਾ ਸਤਿਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਤੇ ਸਤਿਗੁਰੂ ਜੀ ਦੋਵੇਂ ਇੱਕੋ ਰੂਪ ਨੇ। ਸਤਿਗੁਰੂ ਜੀ ਪਿਤਾ ਰੂਪ ਵੀ ਹਨ, ਗੁਰਦੇਵ ਸਵਾਮੀ ਪਰਮੇਸ਼ਰ, ਤੇ ਗੁਰਦੇਵ ਸਾਡੇ ਸਵਾਮੀ ਖਸਮ ਮਾਲਕ ਪਰਮ ਈਸ਼ਰ ਪਰਮਾਤਮਾ ਸਰੂਪ ਹਨ। ਗੁਰਦੇਵ ਸਖਾ ਅਗਿਆਨ ਭੰਜਨ। ਸਤਿਗੁਰੂ ਮਹਾਰਾਜ ਜੀ ਨਿਤ ਦੇ ਸਾਡੇ ਸਖਾ ਮਿੱਤਰ ਹਨ, ਐਸੇ ਮਿੱਤਰ ਜੋ ਅਗਿਆਨ ਨੂੰ ਭੰਨਣ ਵਾਲੇ ਨੇ। ਸਾਡੇ ਹਿਰਦੇ ਵਿੱਚੋਂ ਅਗਿਆਨ ਭਰਮ ਬਿਨਸੈ ਦੁੱਖ ਡੇਰਾ, ਜਾ ਕੇ ਹਿਰਦੈ ਬਸੈ ਗੁਰ ਪੈਰਾ। ਜਿਹਦੇ ਹਿਰਦੇ 'ਚ ਐਸੇ ਸਤਿਗੁਰੂ ਦੇ ਚਰਨ ਵਸ ਜਾਣ, ਸਤਿਗੁਰੂ ਦਾ ਸ਼ਬਦ ਪ੍ਰੇਮ ਨਾਮ ਵਸ ਜਾਏ, ਉਹਦੇ ਅੰਦਰੋਂ ਅਗਿਆਨ ਤੇ ਭਰਮ ਤੇ ਦੁੱਖਾਂ ਦਾ ਡੇਰਾ ਹੀ ਢਹਿ ਜਾਂਦਾ ਹੈ। ਸਤਿਗੁਰੂ ਜੀ ਐਸੇ ਮਿੱਤਰ ਨੇ ਕਿ ਸਿੱਖ ਦੇ ਹਿਰਦੇ ਵਿੱਚੋਂ ਅਗਿਆਨ ਨੂੰ ਨਾਸ਼ ਕਰ ਦਿੰਦੇ ਨੇ। ਗੁਰਦੇਵ ਬੰਧਪ ਸਹੋਦਰਾ। ਅਸੀਂ ਇਹ ਸਾਰੇ ਰਿਸ਼ਤੇ ਸੰਬੰਧ
ਇਸ ਵਾਸਤੇ ਬਣਾਉਂਦੇ ਆ ਵੀ ਸਾਡੇ ਸਹਾਈ ਹੁੰਦੇ ਨੇ। ਮਾਤਾ ਵੀ ਸਾਨੂੰ ਬਚਪਨ ਵਿੱਚ ਪਾਲਦੀ ਹੈ, ਪਿਤਾ ਵੀ ਬੜੇ ਯਤਨ ਕਰ ਕਰਕੇ ਬੱਚਿਆਂ ਨੂੰ ਪਾਲਦਾ ਹੈ, ਔਰ ਇਸੇ ਪ੍ਰਕਾਰ ਮਿੱਤਰ ਵੀ ਸਾਡੇ ਸਹਾਈ ਹੁੰਦੇ ਨੇ, ਸੰਬੰਧੀ ਰਿਸ਼ਤੇਦਾਰ ਸਾਡੀ ਸਹਾਇਤਾ ਕਰਦੇ ਨੇ। ਹਜ਼ੂਰ ਕਹਿੰਦੇ ਨੇ ਗੁਰਦੇਵ ਬੰਧਪ ਸਹੋਦਰਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸੰਬੰਧੀ ਵੀ ਨੇ ਤੇ ਸਹੋਦਰਾ ਸਹਿ ਉਦਰ, ਇੱਕ ਮਾਂ ਦੇ ਪੇਟ ਤੋਂ ਜਨਮ ਲੈਣ ਵਾਲੇ ਜਿਹੜੇ ਭਰਾ ਹੋਣ ਉਹਨੂੰ ਕਹਿੰਦੇ ਸਹੋਦਰੇ ਨੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸਤਿਗੁਰੂ ਮਹਾਰਾਜ ਸਕੇ ਭਰਾਵਾਂ ਦੀ ਨਿਆਈ ਵੀ ਹਨ ਸੱਚੇ ਪਾਤਸ਼ਾਹ, ਇੱਦਾਂ ਸਹਾਇਤਾ ਕਰਨ ਵਾਲੇ ਨੇ, ਹਰ ਸਮੇਂ ਸਾਡੇ ਨਾਲ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਸਤਿਗੁਰੂ ਮਹਾਰਾਜ ਜੀ ਦਾਤਾ ਹਨ ਅਨੇਕਾਂ ਬਖਸ਼ਿਸ਼ਾਂ ਦੇ। ਜਿਵੇਂ ਕਿਹਾ ਜਾਂਦਾ ਨਾ ਭਾਈ ਗੁਰਦਾਸ ਜੀ ਵੱਲੋਂ ਭਈ ਚਾਰ ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੈ। ਭਾਵੇਂ ਗੁਰਸਿੱਖ ਨਹੀਂ ਵੀ ਮੰਗਦਾ, ਸਤਿਗੁਰੂ ਜੀ ਆਪਣੇ ਸਿੱਖ ਨੂੰ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਬਖਸ਼ਣ ਵਾਲੇ ਦਾਤਾ ਔਰ ਗਿਆਨ ਦੇ ਦਾਤੇ ਨੇ, ਨਾਮ ਦੇ ਦਾਤੇ ਹਨ। ਸਤਿਗੁਰ ਦਾਤਾ ਹਰ ਨਾਮ ਉਪਦੇਸ ਹੈ, ਹਰੀ ਨਾਮ ਬਖਸ਼ਦੇ ਨੇ, ਉਪਦੇਸ਼ ਦਿੰਦੇ ਨੇ, ਹਰੀ ਦੇ ਨਾਮ ਦਾ ਹੀ ਉਪਦੇਸ਼ ਦਿੰਦੇ ਨੇ। ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਪੂਜਨੀਕ ਸਤਿਗੁਰਾਂ ਦਾ ਜਿਹੜਾ ਮੰਤਰ ਹੈ ਬਖਸ਼ਿਆ ਹੋਇਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ। ਮੰਤ ਨਾਮ ਸਲਾਹ ਦਾ ਵੀ, ਮੰਤਰਣਾ ਸਲਾਹ ਮਸ਼ਵਰਾ, ਮੰਤ ਨਾਮ ਉਪਦੇਸ਼ ਦਾ ਹੈ, ਮੰਤ ਨਾਮ ਮੰਤਰ ਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਜੋ ਮੰਤਰ ਹੈ, ਮੰਤਰ ਉਪਦੇਸ਼ ਹੈ, ਨਿਰੋਧਰਾ, ਨਿਰਾ ਆਪ ਹੀ ਉਧਰਾ ਉਧਾਰ ਕਰਨ ਵਾਲਾ ਹੈ। ਬਿਨਾਂ ਕਿਸੇ ਸਹਾਰੇ ਤੋਂ, ਬਿਨਾਂ ਆਸਰੇ ਤੋਂ ਸਾਡਾ ਪਾਰ ਉਤਾਰਾ ਕਰਨ ਵਾਲਾ, ਉਧਾਰ ਕਰਨ ਵਾਲਾ। ਹੋਰ ਕਿਸੇ ਸਹਾਰੇ ਦੀ, ਕਿਸੇ ਕਰਮ ਆਦਿਕ ਦੀ ਨਾਲ ਲੋੜ ਨਹੀਂ ਉਧਾਰ ਵਾਸਤੇ। ਸਤਿਗੁਰੂ ਦਾ ਮੰਤਰ ਹੀ, ਸਤਿਗੁਰੂ ਦਾ ਉਪਦੇਸ਼ ਹੀ ਸਾਡਾ ਉਧਾਰ ਕਰ ਦੇਗਾ। ਅਤੇ ਨਿਰੋਧਰਾ, ਨਿਰੋਧ ਬਿਰਤੀਆਂ ਨੂੰ ਨਿਰੋਧ ਕਰਨ ਵਾਲਾ, ਵਿਕਾਰਾਂ ਤੋਂ ਰਹਿਤ ਕਰਨ ਵਾਲਾ, ਵਿਕਾਰਾਂ ਆਦਿਕਾਂ ਤੋਂ ਰਹਿਤ ਕਰਨ ਵਾਲਾ ਸਤਿਗੁਰੂ ਦਾ ਮੰਤਰ ਹੈ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਗੁਰਦੇਵ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਸ਼ਾਂਤੀ ਸਰੂਪ ਨੇ ਔਰ ਇਸੇ ਤਰ੍ਹਾਂ ਸਤ ਸਰੂਪ ਹਨ। ਨਾਸ ਤੋਂ ਰਹਿਤ ਜੋ ਇਹਨੂੰ ਕਹਿੰਦੇ ਸਤ ਸਰੂਪ, ਤ੍ਰਈ ਕਾਲ ਆਬਾਦ ਸਰੂਪ ਨੇ। ਬੁੱਧ ਮੂਰਤ, ਬੁੱਧ ਨਾਮ ਅਕਲ ਦਾ ਹੈ, ਅਕਲ ਦੀ ਮੂਰਤੀ, ਅਕਲ ਦਾ ਵਜੂਦ ਹਨ। ਬੁੱਧ ਮੂਰਤ, ਬੁੱਧ ਗਿਆਨ ਦਾ ਸਰੂਪ ਹਨ ਸੱਚੇ ਪਾਤਸ਼ਾਹ। ਗੁਰਦੇਵ ਪਾਰਸ ਪਰਸਪਰਾ, ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੇ ਪਾਰਸ ਹਨ ਕਿ ਉਹਨਾਂ ਦੀ ਛੂਹ ਪਾਰਸ ਨਾਲੋਂ ਵੀ ਅਗੰਮੀ ਹੈ, ਉੱਪਰ ਹੈ। ਪਾਰਸ ਪਰਸਪਰਾ, ਸੋ ਇਸ ਪ੍ਰਕਾਰ ਪਰੇ ਦੀ ਛੂਹ ਹੈ ਉਹਨਾਂ ਦੀ, ਪਾਰਸ ਤੋਂ ਵੀ ਪਰੇ ਦੀ ਛੂਹ ਹੈ। ਸਤਿਗੁਰ ਪਾਰਸ ਪਰਸਿਆ, ਸਤਿਗੁਰੂ ਪਾਰਸ ਰੂਪ ਨੇ, ਪਰਸਣ ਦੇ ਨਾਲ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ। ਪਰਾ ਪਰਸ ਕੇ ਪਰਾ ਪਾਰ ਹੋ ਜਾਈਦਾ, ਸੰਸਾਰ ਸਮੁੰਦਰ ਤੋਂ ਪਰੇ ਉੱਪਰਲੀ ਅਵਸਥਾ ਪ੍ਰਾਪਤ ਹੁੰਦੀ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਪੂਜਨੀਕ ਸਤਿਗੁਰੂ ਪ੍ਰਕਾਸ਼ ਸਰੂਪ ਸਤਿਗੁਰੂ ਜੀ ਮਹਾਨ ਤੀਰਥ ਨੇ। ਤੀਰਥ ਪੂਰਾ ਸਤਿਗੁਰੂ ਜੋ ਅਨੰਦਨ ਹਰ ਹਰ ਨਾਮ ਤੇ ਆਏ। ਤੀਰਥ ਉਸ ਮੁਕਾਮ ਟਿਕਾਣੇ ਨੂੰ ਕਿਹਾ ਜਾਂਦਾ ਜੋ ਪਵਿੱਤਰ ਹੋਵੇ ਤੇ ਹੋਰਨਾਂ ਨੂੰ ਪਵਿੱਤਰ ਕਰਦਾ। ਸਤਿਗੁਰੂ ਮਹਾਰਾਜ ਖੁਦ ਹੀ ਤੀਰਥ ਰੂਪ ਨੇ, ਅੰਮ੍ਰਿਤ ਸਰੋਵਰ ਦੇ ਨਾਲ ਆਤਮਿਕ ਜੀਵਨ ਦੇਣ ਵਾਲੇ ਸਰੋਵਰ ਰੂਪ ਵੀ ਨੇ ਸੱਚੇ ਪਾਤਸ਼ਾਹ। ਅੰਮ੍ਰਿਤ ਦਾ ਕੁੰਡ ਹਨ, ਅੰਮ੍ਰਿਤ ਦਾ ਸਰੋਵਰ ਹਨ। ਗੁਰ ਗਿਆਨ ਮੱਜਨ ਅਪਰੰਪਰਾ, ਸਤਿਗੁਰੂ ਦੇ ਗਿਆਨ ਵਿੱਚ ਜਿਹੜਾ ਮੱਜਨ ਇਸ਼ਨਾਨ ਕਰਨਾ ਹੈ ਉਹ ਪੁਰਬਾਂ ਦੇ ਇਸ਼ਨਾਨ ਤੋਂ ਪਰੇ ਹੈ। ਬਹੁਤ ਵੱਡਾ ਇਸ਼ਨਾਨ ਹੈ ਸਤਿਗੁਰੂ ਮਹਾਰਾਜ ਦੇ ਗਿਆਨ ਵਿੱਚ ਜਿਹੜਾ ਇਸ਼ਨਾਨ ਕਰਨਾ। ਜਿਹੜਾ ਇਸ਼ਨਾਨ ਕਰਦਾ ਉਹ ਅਪਰਾਪਾਰ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਦੇਵ ਕਰਤਾ ਸਭ ਪਾਪ ਹਰਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਤਾ ਪੁਰਖ ਅਕਾਲ ਪੁਰਖ ਦਾ ਸਰੂਪ ਨੇ ਅਤੇ ਸਤਿਗੁਰੂ ਜੀ ਸਾਰੇ ਸਾਡੇ ਪਾਪਾਂ ਦਾ ਹਰਤਾ, ਨਾਸ਼ ਕਰਨ ਵਾਲੇ ਹਨ। ਗੁਰਦੇਵ ਪਤਿਤ ਪਵਿੱਤ ਕਰਾ, ਗੁਰ ਪੂਜਨੀਕ ਦੇਵ ਪ੍ਰਕਾਸ਼ ਰੂਪ ਸਤਿਗੁਰੂ ਮਹਾਰਾਜ ਇੰਨੀ ਸਮਰੱਥਾ ਰੱਖਦੇ ਨੇ ਅਤੇ ਪਤਿਤ ਲੋਕਾਂ ਨੂੰ ਇੰਨੀ ਸਮਰੱਥਾ ਸਤਿਗੁਰਾਂ ਦੇ ਪਾਸ। ਪਸ਼ੂ ਪਰੇ ਤੋਂ ਦੇਵ ਕਰ ਪੂਰੇ, ਸਤਿਗੁਰੂ ਕੀ ਵਡਿਆਈ।
ਜਿਹੜੇ ਪਤਿਤ ਲੋਕ ਧਰਮ ਤੋਂ ਡਿੱਗੇ ਹੋਏ। ਪਤਿਤ ਡਿੱਗਣ ਦਾ ਨਾਮ ਹੈ, ਡਿੱਗ ਚੁੱਕੇ ਭ੍ਰਸ਼ਟ ਲੋਕ, ਪਲੀਤ ਲੋਕ, ਅਪਵਿੱਤਰ ਲੋਕ, ਉਹਨਾਂ ਪਵਿੱਤਰਾਂ ਨੂੰ ਪਵਿੱਤਰ ਕਰ ਦਿੰਦੇ ਹਨ ਸੱਚੇ ਪਾਤਸ਼ਾਹ। ਗੁਰਦੇਵ ਆਦ ਜੁਗਾਦ ਜੁਗ ਜੁਗ। ਪੂਜਨੀਕ ਸਤਿਗੁਰੂ ਜੀ ਸ੍ਰਿਸ਼ਟੀ ਦਾ ਜਿਹੜਾ ਆਦ ਮੁੱਢ ਹੈ ਉਦੋਂ ਵੀ, ਅਤੇ ਜਦੋਂ ਯੁੱਗਾਂ ਦਾ ਆਰੰਭ ਹੋਇਆ, ਸਮੇਂ ਦੀ ਆਰੰਭਤਾ ਹੋਈ, ਸਤਿਯੁਗ ਤ੍ਰੇਤਾ ਦੁਆਪਰ ਆਦਿਕ, ਉਹਨਾਂ ਯੁੱਗਾਂ ਦੇ ਵੀ ਆਦ ਮੁੱਢ ਵਿੱਚ ਹਨ। ਯੁੱਗ ਯੁੱਗ ਹਰ ਇੱਕ ਯੁੱਗ ਦੇ ਵਿੱਚ ਵੀ ਹਨ ਸੱਚੇ ਪਾਤਸ਼ਾਹ। ਇਹਨੇ ਵੀ ਇੱਕ ਸਮੇਂ ਹਰ ਇੱਕ ਜ਼ਮਾਨੇ ਸੰਸਾਰ ਦੇ ਅੰਦਰ ਸਤਿਗੁਰੂ ਮੌਜੂਦ ਹਨ। ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਪੂਜਨੀਕ ਸਤਿਗੁਰੂ ਮਹਾਰਾਜ ਦੇ ਮੰਤਰ ਉਪਦੇਸ਼ ਦੁਆਰਾ ਜੋ ਹਰੀ ਦੇ ਨਾਮ ਦਾ ਮੰਤਰ ਸਤਿਗੁਰੂ ਬਖਸ਼ਦੇ ਹਨ, ਉਸ ਨੂੰ ਜਪ ਕੇ ਅਨੇਕਾਂ ਉਧਰੇ। ਜਿੰਨੇ ਵੀ ਜਪਿਆ ਉਹ ਜਪ ਕੇ ਉਧਰ ਗਿਆ ਸੰਸਾਰ ਸਮੁੰਦਰ ਤੋਂ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹੇ ਪ੍ਰਭੂ ਅਕਾਲ ਪੁਰਖ ਜੀ, ਆਪ ਦੇ ਚਰਨਾਂ 'ਚ ਬੇਨਤੀ ਹੈ ਕਿ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਸਾਨੂੰ ਮੇਲ ਕੇ ਰੱਖੋ। ਕਿਰਪਾ ਕਰੋ ਆਪਣੀ, ਸਾਨੂੰ ਸਤਿਗੁਰਾਂ ਦੀ ਸੰਗਤ ਵਿੱਚ ਮਿਲਾਈ ਰੱਖੋ। ਹਮ ਮੂੜ ਪਾਪੀ ਜਿਤ ਲੱਗ ਤਰਾਂ। ਅਸੀਂ ਮੂੜ ਮੂਰਖ ਬਸਮਝ ਤੇ ਪਾਪੀ ਲੋਕ, ਪਾਪ ਕਰਨ ਵਾਲੇ, ਜਿਨ੍ਹਾਂ ਸਤਿਗੁਰਾਂ ਦੇ ਨਾਲ ਲੱਗ ਕੇ, ਚਰਨਾਂ ਦੇ ਨਾਲ ਲੱਗ ਕੇ ਤਰ ਜਾਈਏ ਸੰਸਾਰ ਸਮੁੰਦਰ ਤੋਂ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ। ਗੁਰ ਪੂਜਨੀਕ ਦੇ ਪ੍ਰਕਾਸ਼ ਰੂਪ ਸੱਚੇ ਗੁਰੂ ਮਹਾਰਾਜ ਪਾਰ ਬ੍ਰਹਮ, ਜੋ ਪਾਪਾਂ ਪੁੰਨਾਂ ਤੋਂ ਪਰੇ ਆ, ਬ੍ਰਹਮ ਸ਼ੁੱਧ ਸਰੂਪ, ਜੋ ਪਰਮ ਈਸ਼ਰ ਹੈ। ਸਾਰੇ ਈਸ਼ਰ ਦੇਵਤੇ ਵੱਡਿਆਂ ਦਾ ਵੀ ਪਰਮ ਵੱਡਾ ਈਸ਼ਰ ਹੈ। ਗੁਰਦੇਵ ਨਾਨਕ ਹਰ ਨਮਸਕਾਰਾ। ਐਸੇ ਪੂਜਨੀਕ ਸਤਿਗੁਰੂ ਮਹਾਰਾਜ, ਉਹ ਗੁਰਦੇਵ ਜੋ ਹਨ ਸਾਡੇ ਸਤਿਗੁਰੂ, ਉਹਨਾਂ ਨੂੰ ਹਰੀ ਜਾਣ ਕੇ, ਹਰੀ ਅਕਾਲ ਪੁਰਖ ਦਾ ਸਰੂਪ ਜਾਣ ਕੇ ਅਸੀਂ ਨਮਸਕਾਰ ਕਰਦੇ ਹਾਂ। ਗੁਰਦੇਵ ਨਾਨਕ ਹਰ ਨਮਸਕਾਰਾ। ਗੁਰਦੇਵ ਪੂਜਨੀਕ ਸਤਿਗੁਰਾਂ ਨੂੰ ਤੇ ਹਰੀ ਅਕਾਲ ਪੁਰਖ ਨੂੰ ਅਸੀਂ ਨਮਸਕਾਰ ਕਰਦੇ ਹਾਂ। ਸ਼ਲੋਕ, ਅਗਲਾ ਸ਼ਲੋਕ ਉਚਾਰਦੇ ਹਨ ਸਤਿਗੁਰੂ। ਆਪਹਿ ਕੀਆ ਕਰਾਇਆ ਆਪਹਿ ਕਰਨਾ ਜੋਗ। ਹਜ਼ੂਰ ਕਹਿੰਦੇ ਨੇ ਕਿ ਆਪ ਹੀ ਪਰਮਾਤਮਾ ਨੇ ਕੀਤਾ ਹੈ ਜਗਤ ਪੈਦਾ, ਤੇ ਇਹਨਾਂ ਜੀਆਂ ਤੋਂ, ਜਿੰਨੇ ਵੀ ਜਗਤ ਦੇ ਜੀਵ ਹਨ, ਜਿੰਨੀ ਸ੍ਰਿਸ਼ਟੀ ਰਚੀ ਹੈ, ਜੋ ਕੁਛ ਇਹਨਾਂ ਕੀਤਾ, ਇਹਨਾਂ ਤੋਂ ਕਰਾਇਆ ਵੀ ਵਾਹਿਗੁਰੂ ਨੇ ਆਪ ਹੀ ਹੈ। ਆਪ ਹੀ ਰਚਣ ਵਾਲਾ, ਆਪ ਹੀ ਸਾਰੇ ਕਰਤੱਵ ਕਰਾਉਣ ਵਾਲਾ। ਆਪਹਿ ਕਰਨਾ ਜੋਗ, ਆਪ ਹੀ ਸਭ ਕੁਝ ਕਰਨ ਦੇ ਯੋਗ ਲਾਇਕ ਸਮਰੱਥ ਹੈ। ਉਸ ਤੋਂ ਬਗੈਰ ਕੋਈ ਜੀਵ ਆਪਣੀ ਹਸਤੀ ਨਾਲ ਕੁਛ ਨਹੀਂ ਕਰ ਸਕਦਾ। ਜੀਆਂ ਦੀ ਹਸਤੀ ਕੋਈ ਨਹੀਂ। ਵਾਹਿਗੁਰੂ ਦੀ ਜੋਤ ਹੈ, ਵਾਹਿਗੁਰੂ ਦੀ ਬਖਸ਼ੀ ਸੱਤਾ, ਸਫੁਰਤੀ, ਬੁੱਧੀ, ਸਭ ਕੁਛ ਵਾਹਿਗੁਰੂ ਨੇ ਬਖਸ਼ਿਆ ਹੋਇਆ, ਤਾਂ ਜੀਵ ਕੁਛ ਕਮਾਉਂਦੇ ਨੇ, ਕਰਦੇ ਨੇ। ਨਾਨਕ ਇੱਕੋ ਰਵ ਰਹਿਆ। ਹਜ਼ੂਰ ਫਰਮਾਉਂਦੇ ਨੇ ਇੱਕੋ ਇੱਕ ਪਰਮਾਤਮਾ ਹੀ ਰਵ ਰਹਿਆ, ਵਿਆਪਕ ਹੋ ਰਿਹਾ ਹੈ, ਅਭੇਦ ਹੋ ਰਿਹਾ ਸੰਸਾਰ ਦੇ ਅੰਦਰ। ਦੂਸਰ ਹੋਆ ਨਾ ਹੋ। ਦੂਸਰਾ ਨਾ ਕੋ ਹੋਇਆ ਹੈ ਤੇ ਨਾ ਹੋਗ ਨਹੀਂ ਹੋਵੇਗਾ। ਨੰਨਾ ਦੇਲੀ ਦੀਪਕ ਹੈ। ਹੋਆ ਨਾਲ ਵੀ ਲੱਗੇਗਾ ਤੇ ਹੋਗ ਦੇ ਨਾਲ ਵੀ ਨੰਨਾ ਲੱਗੇਗਾ। ਦੂਸਰ ਹੋਆ ਨਾ ਹੋਗ, ਭਾਵ ਨਹੀਂ ਕੋਈ ਹੋਇਆ ਦੂਸਰਾ ਉਸ ਤੋਂ ਭਿੰਨ, ਉਸ ਦੇ ਬਰਾਬਰ ਦਾ। ਹੋਰ ਕੋਈ ਕਰਨ ਕਰਾਉਣ ਦੀ ਸਮਰੱਥਾ ਵਾਲਾ ਹੋਰ ਨਹੀਂ ਕੋਈ ਹੋਇਆ ਤੇ ਨਾ ਕੋਈ ਹੋਵੇਗਾ ਹੀ। ਪੌੜੀ, ਸਤਿਗੁਰੂ ਮਹਾਰਾਜ ਨੇ ਇਸ ਬਾਣੀ ਵਿੱਚ ਸ਼ਲੋਕ ਤੇ ਨਾਲ ਪੌੜੀਆਂ ਉਚਾਰਨ ਕੀਤੀਆਂ ਨੇ। ਹਜ਼ੂਰ ਪੌੜੀ ਉਚਾਰਨ ਕਰਦੇ ਨੇ। ਓੰ ਸਾਧ ਸਤਿਗੁਰ ਨਮਸਕਾਰੰ। ਸੰਸਕ੍ਰਿਤ ਦਾ ਅੱਖਰ ਜਦੋਂ ਉਹ ਵਿਦਿਆ ਪੜ੍ਹਾਈ ਜਾਂਦੀ ਤੇ ਪਹਿਲਾਂ ਓਮ ਸ਼ਬਦ ਲਿਖ ਕੇ, ਰੱਬ ਦਾ ਨਾਮ ਲਿਖ ਕੇ ਫਿਰ ਪੜ੍ਹਾਇਆ ਜਾਂਦਾ। ਹਜ਼ੂਰ ਕਹਿੰਦੇ ਨੇ ਸਭ ਤੋਂ ਪਹਿਲਾਂ ਓੰਕਾਰ ਜੋ ਵਾਹਿਗੁਰੂ ਹੈ, ਓੰ, ਉਸ ਵਾਹਿਗੁਰੂ ਪਰਮਾਤਮਾ ਨੂੰ, ਤੇ ਸਾਧ, ਉਹਦੇ ਜਿਹੜੇ ਸਾਧੂ ਸਰੂਪ ਸਤਿਗੁਰੂ ਹਨ, ਸਾਧ ਸਤਿਗੁਰੂ ਜੀ, ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਜਿਹੜੇ ਸਾਧੂ ਸਤਿਗੁਰੂ ਹਨ ਤੇ ਪਰਮਾਤਮਾ ਅਕਾਲ ਪੁਰਖ ਹੈ, ਉਹਨਾਂ ਦੇ ਤਾਂ ਹੀ ਨਮਸਕਾਰ ਕਰਦੇ ਹਾਂ। ਆਦ ਮੱਧ ਅੰਤ ਨਿਰੰਕਾਰੰ। ਉਹੀ ਪਰਮਾਤਮਾ ਸਾਧ ਰੂਪ ਆਪਣਾ ਤਨ ਧਾਰਿਆ ਸਤਿਗੁਰੂ ਦੇ ਸਰੂਪ 'ਚ, ਉਹਨੇ ਹੀ ਸਰੀਰ ਧਾਰਨ ਕੀਤੇ ਨੇ। ਉਸ ਅਕਾਲ ਪੁਰਖ ਨੂੰ ਸਾਧੂ ਸਤਿਗੁਰੂ ਦੇ ਰੂਪ ਵਿੱਚ ਅਸੀਂ ਨਮਸਕਾਰ ਕਰਦੇ ਹਾਂ। ਆਦ ਮੱਧ ਅੰਤ ਨਿਰੰਕਾਰੰ, ਜੋ ਸ੍ਰਿਸ਼ਟੀ ਦੇ ਆਦ ਮੁੱਢ ਰੂਪ ਵਿੱਚ, ਮੂਲ ਰੂਪ ਹੈ ਸੰਸਾਰ ਦਾ। ਮੱਧ ਹੁਣ ਜੋ ਵਿਚਲਾ ਸਮਾਂ ਜਦੋਂ ਸੰਸਾਰ ਚੱਲ ਰਿਹਾ, ਇਹਦੇ ਵਿੱਚ ਵੀ ਆਪ ਮੌਜੂਦ ਹੈ। ਅਤੇ ਜਦੋਂ ਸ੍ਰਿਸ਼ਟੀ ਦਾ ਅੰਤ ਕਰ ਦੇਵੇਗਾ, ਉਦੋਂ ਵੀ ਉਹ ਨਿਰਾਕਾਰ, ਮਾਇਕੀ ਆਕਾਰਾਂ ਤੋਂ ਰਹਿਤ ਜੋ ਵਾਹਿਗੁਰੂ ਹੈ, ਉਦੋਂ ਵੀ ਹੋਵੇਗਾ। ਆਪਹਿ ਸੁਨ ਆਪਹਿ ਸੁਖ ਆਸਨ। ਸੁਨ ਦਾ ਅਰਥ ਹੈ
ਸੁਨ ਕਲਾ ਪਰੰਪਰ ਧਾਰੀ, ਸੁਨ ਅਫੁਰ ਸਮਾਧੀ ਰੂਪ। ਸੰਸਾਰ ਦੀ ਰਚਨਾ ਤੋਂ ਪਹਿਲਾਂ ਸੁਨ ਸਰੂਪ ਵੀ ਆਪ ਹੀ ਸੀ। ਤੇ ਆਪਹਿ ਸੁਖ ਆਸਨ, ਸੁਖ ਦੇ ਆਸਣ ਟਿਕਾਣੇ ਤੇ ਬਿਰਾਜਮਾਨ ਹੋਣ ਵਾਲਾ, ਆਪਣੇ ਸੁਖ ਸਰੂਪ ਰੂਪੀ ਆਸਣ ਤੇ ਬਿਰਾਜਮਾਨ ਹੋਣ ਵਾਲਾ ਆਪ ਹੀ ਆਪ ਹੈ। ਸੁਖ ਦੇ ਵਿੱਚ ਟਿਕਣ ਵਾਲਾ ਆਪ ਹੀ ਹੈ। ਆਪਹਿ ਸੁਨਤ, ਆਪ ਹੀ ਜਾਸਨ, ਆਪ ਹੀ ਜਾਸਨ, ਜਸ ਕਰਨ ਵਾਲਾ ਤੇ ਆਪਣੇ ਜਸ ਨੂੰ ਆਪ ਹੀ ਸੁਣਨ ਵਾਲਾ ਹੈ। ਆਪਨ ਆਪ, ਆਪਹਿ ਉਪਾਇਓ, ਆਪ ਨੂੰ ਪਰਮਾਤਮਾ ਨੂੰ ਕਿਸੇ ਨੇ ਨਹੀਂ ਰਚਿਆ, ਆਪਣੇ ਆਪ ਤੋਂ ਆਪ ਰੂਪ ਹੈ। ਤੇ ਆਪਹਿ ਉਪਾਇਓ, ਜਿਹੜਾ ਸੰਸਾਰ ਰਚਿਆ ਮਨ ਨੂੰ ਆਪਣੇ ਆਪ ਤੋਂ ਆਪ ਹੀ ਪੈਦਾ ਕੀਤਾ, ਆਪਣਾ ਆਪ ਹੀ ਯਾਨੀ ਪਸਾਰਿਆ ਹੈ। ਆਪਹਿ ਬਾਪ, ਆਪ ਹੀ ਮਾਇਓ, ਇਹ ਸੰਸਾਰ ਜਿੰਨਾ ਵੀ ਹੈ, ਜਿੰਨੀ ਦੁਨੀਆ ਜਗਤ ਦੇ ਜੀਵ ਹਨ, ਆਪ ਹੀ ਸਾਰਿਆਂ ਦਾ ਬਾਪ ਰੂਪ ਹੈ, ਪਿਤਾ ਰੂਪ ਹੈ। ਤੇ ਆਪ ਹੀ ਮਾਇਓ, ਮਾਤਾ ਰੂਪ ਹੈ। ਆਪਹਿ ਸੂਖਮ, ਆਪਹਿ ਅਸਥੂਲਾ, ਆਪ ਹੀ ਸੂਖਮ ਰੂਪ ਹੈ, ਨਾ ਦਿਸਣ ਵਾਲਾ, ਅਦ੍ਰਿਸ਼। ਤੇ ਆਪ ਹੀ ਅਸਥੂਲਾ, ਜਿਹੜਾ ਜਗਤ ਨੂੰ ਦਿਖਾਈ ਦੇ ਰਿਹਾ, ਇਹ ਸਥੂਲ ਰੂਪ ਵੀ ਆਪ ਹੀ ਧਾਰਿਆ ਹੋਇਆ ਵਾਹਿਗੁਰੂ ਨੇ। ਲਖੀ ਨਾ ਜਾਈ ਨਾਨਕ ਲੀਲਾ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਵਾਹਿਗੁਰੂ ਜੀ ਦੀ ਜਿਹੜੀ ਲੀਲਾ ਹੈ, ਜਿਹੜਾ ਜਗਤ ਤਮਾਸ਼ਾ ਰਚਿਆ ਹੈ, ਜੋ ਕੌਤਕ ਹਨ ਵਾਹਿਗੁਰੂ ਦੇ, ਇਹ ਪਰਮਾਤਮਾ ਦੀ ਰਚਨਾ ਦੀ ਲੀਲਾ ਲਖੀ ਨਹੀਂ ਜਾਂਦੀ ਵੀ ਕਿੱਡੀ ਕੁ ਵੱਡੀ। ਜਿਵੇਂ ਵਚਨ ਹਨ ਦਸਮ ਪਾਤਸ਼ਾਹ ਦੇ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇਹ ਵਾਹਿਗੁਰੂ ਕਿਸ ਵਿਧੀ ਢੰਗ ਤਰੀਕੇ ਨਾਲ ਸਭ ਤੋਂ ਪਹਿਲਾਂ ਤੂੰ ਸੰਸਾਰ ਰਚਿਆ, ਇਹ ਤੁਹਾਡਾ ਪਸਾਰਾ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ। ਨਾ ਪਸਾਰਾ ਜਾਣਿਆ ਜਾਂਦਾ, ਨਾ ਤੁਹਾਡਾ ਅੰਤ ਪਾਇਆ ਜਾਂਦਾ ਵੀ ਕਿਸ, ਉਹ ਵਿਧੀ ਵੀ ਨਹੀਂ ਜਾਣੀ ਜਾਂਦੀ ਕਿਸ ਤਰ੍ਹਾਂ ਰਚਿਆ ਤੁਸੀਂ ਆਪ ਹੀ ਜਾਣਦੇ ਹੋ। ਇਸ ਤਰ੍ਹਾਂ ਇਹ ਜਗਤ ਰਚਨਾ ਦੀ ਲੀਲਾ ਪਰਮਾਤਮਾ ਵੱਲੋਂ ਜੋ ਹੋਈ, ਇਹ ਲਖੀ ਨਹੀਂ ਜਾਂਦੀ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਇੱਥੇ ਰਹਾਉ ਦੀਆਂ ਪੰਕਤੀਆਂ ਉਚਾਰਦੇ ਹਨ ਸਤਿਗੁਰੂ ਕਿ ਹੇ ਪ੍ਰਭੂ, ਹੇ ਦੀਨ ਗਰੀਬ ਆਜਿਜ਼ ਨਿਮਾਣਿਆਂ ਤੇ ਦਇਆਲੂ ਕਿਰਪਾਲੂ ਹੋਣ ਵਾਲੇ ਵਾਹਿਗੁਰੂ ਜੀ, ਕਿਰਪਾ ਕਰੋ। ਤੇਰੇ ਸੰਤਨ ਕੀ ਮਨ ਹੋਏ ਰਵਾਲਾ, ਹੇ ਵਾਹਿਗੁਰੂ ਜਿਹੜੇ ਤੁਹਾਡੇ ਸੰਤ ਨੇ ਨਾ, ਉਹਨਾਂ ਦੀ ਰਵਾਲਾ ਚਰਨ ਧੂੜ ਇਹ ਮੇਰਾ ਮਨ ਬਣ ਜਾਏ। ਮੇਰਾ ਮਨ ਤੇਰੇ ਸੰਤ ਜਨਾਂ ਦੀ, ਤੇਰੇ ਸੰਤਾਂ ਦੀ, ਸੰਤ ਕਹਾਉਣ ਵਾਲਿਆਂ ਦੀ ਨਹੀਂ, ਜਿਹੜੇ ਤੇਰੇ ਸੰਤ ਨੇ ਨਾ, ਤੇਰੇ ਵਿੱਚ ਅਭੇਦ ਸ਼ਾਂਤ ਆਤਮਾ ਗੁਰਮੁਖ ਪਿਆਰੇ, ਉਹਨਾਂ ਦੀ ਚਰਨ ਧੂੜ ਮੇਰਾ ਮਨ ਬਣ ਜਾਏ। ਰਹਾਓ। ਸ਼ਲੋਕ, ਅਗਲਾ ਸ਼ਲੋਕ ਹਜ਼ੂਰ ਉਚਾਰਨ ਕਰਦੇ ਨੇ, ਨਿਰੰਕਾਰ ਆਕਾਰ ਆਪ, ਮਾਇਕੀ ਆਕਾਰਾਂ ਤੋਂ ਰਹਿਤ ਨਿਰੰਕਾਰ ਸਰੂਪ ਵੀ ਪਰਮੇਸ਼ਰ ਆਪ ਹੈ। ਤੇ ਹੁਣ ਜਿਹੜਾ ਆਕਾਰ ਧਾਰਨ ਕੀਤਾ ਹੋਇਆ ਜਗਤ ਰਚਿਆ, ਇਹ ਵੀ ਆਪ ਹੀ ਹੈ, ਆਪ ਹੀ ਆਕਾਰ ਬਣਾਇਆ, ਨਿਰੰਕਾਰ ਆਕਾਰ ਬਣਾਇਆ। ਸੋ ਆਪ ਨਿਰੰਕਾਰ ਆਕਾਰ ਆਪ। ਫਿਰ ਨਿਰਗੁਣ ਸਰਗੁਣ ਏਕ, ਨਿਰਗੁਣ ਜਦੋਂ ਰਚਨਾ ਨਹੀਂ ਸੀ ਕੀਤੀ, ਮਾਇਆ ਦੇ ਤਿੰਨ ਸੁਭਾਵਾਂ ਤੋਂ ਰਹਿਤ। ਨਿਰਗੁਣ ਦਾ ਅਰਥ ਜਿਵੇਂ ਸਾਡੇ ਲਈ ਸ਼ਬਦ ਵਰਤਿਆ ਜਾਂਦਾ ਨਿਰਗੁਣ, ਉਹ ਨਹੀਂ। ਉੱਥੇ ਨਿਰਗੁਣ ਦਾ ਅਰਥ ਹੈ ਮੋਹਿ ਨਿਰਗੁਣ ਜੀ, ਉਹ ਸਭ ਗੁਣ ਤੇਰੇ, ਵੀ ਮੈਂ ਤਾਂ ਨਿਰਗੁਣ ਹਾਂ, ਮੇਰੇ 'ਚ ਗੁਣ ਹੀ ਕੋਈ ਨਹੀਂ। ਪਰ ਜਿੱਥੇ ਪਰਮੇਸ਼ਰ ਦਾ ਵਾਚਕ ਸ਼ਬਦ ਆਏ ਨਿਰਗੁਣ ਸ਼ਬਦ, ਉਹਦਾ ਅਰਥ ਹੈ ਕਿ ਮਾਇਆ ਦੇ ਤਿੰਨ ਗੁਣ, ਰਜੋ ਤਮੋ ਸਤੋ ਗੁਣ, ਮਾਇਆ ਦੇ ਤਿੰਨ ਸੁਭਾਵਾਂ ਤੋਂ ਰਹਿਤ। ਜਦੋਂ ਮਾਇਆ ਹੀ ਨਹੀਂ ਸੀ ਰਚੀ ਤੇ ਮਾਇਆ ਦਾ ਸੁਭਾਵ ਕਿਵੇਂ ਉਹਦੇ 'ਚ ਆ ਸਕਦਾ। ਸੋ ਇਸ ਪ੍ਰਕਾਰ ਉਹ ਨਿਰਗੁਣ ਹੈ। ਤੇ ਸਰਗੁਣ, ਜਦੋਂ ਰਚਨਾ ਰਚ ਦਿੱਤੀ, ਮਾਇਆ ਦੇ ਜਿਹੜੇ ਤਿੰਨੇ ਸੁਭਾਅ ਨੇ ਇਹ ਸਰੀਰਾਂ 'ਚ ਹੁੰਦੇ, ਜਦੋਂ ਆਕਾਰ ਧਾਰਨ ਕਰ ਲਿਆ, ਇਹ ਵੀ ਪਰਮੇਸ਼ਰ ਆਪ ਇੱਕੋ ਇੱਕ ਹੀ ਆ। ਇੱਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ, ਹਜ਼ੂਰ ਕਹਿੰਦੇ ਨੇ ਉਹ ਇੱਕ ਹੀ ਅਨੇਕ ਰੂਪ ਹੋਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾਨਕ ਏਕ ਅਨੇਕ, ਜਿਵੇਂ ਦਸਮ ਪਾਤਸ਼ਾਹ ਨੇ ਕਿਹਾ ਹੈ ਅਨੇਕ ਹੈ ਫਿਰ ਏਕ ਹੈ। ਅਨੇਕਾਂ ਰੂਪ ਆਪ ਜੀ ਨੇ ਧਾਰਨ ਕੀਤੇ ਨੇ, ਤੇ ਜਦੋਂ ਸਮਾਪਤ ਕਰ ਦੇਗਾ ਅਨੇਕਤਾ ਨੂੰ, ਉਦੋਂ ਫਿਰ ਇੱਕੋ ਹੋਏਗਾ। ਹੁਣ ਅਨੇਕਤਾ ਦਿਖਾਈ ਦਿੰਦੀ ਆ, ਇਸ ਕਰਕੇ ਤੂੰ ਹੀ ਅਨੇਕ ਰੂਪ ਹੋਇਆ ਆ। ਇੱਕ ਹੈ ਏਕ ਬਖਾਨਨੋ, ਇੱਕੋ ਇੱਕ ਨੂੰ ਬਖਾਣਿਆ ਕਥਨ ਕੀਤਾ ਜਾਂਦਾ ਹੈ। ਇੱਕ ਹੈ ਏਕ ਬਖਾਨਨੋ, ਬਖਾਨਨੋ ਬਖਾਣ ਕਥਨ ਕਰਨ ਵਾਲਾ ਇੱਕੋ ਇੱਕ ਹੀ ਹੈ, ਬੋਲਣ ਵਾਲਾ ਪਰਮੇਸ਼ਰ ਆਪ ਇੱਕ ਹੀ ਹੈ। ਤੇ ਇਸ ਪ੍ਰਕਾਰ ਇੱਕੋ ਇੱਕ ਨੂੰ ਵਿਖਿਆਨ ਕੀਤਾ ਜਾਏਗਾ, ਕਥਨ ਕੀਤਾ ਜਾਏਗਾ ਵੀ ਇੱਕ ਹੀ ਇੱਕ ਹੈ। ਪੌੜੀ, ਓੰ ਗੁਰਮੁਖ ਕੀਓ ਆਕਾਰਾ। ਇਸ ਪੰਕਤੀ ਦੇ ਅਰਥ ਦੋ ਢੰਗਾਂ ਨਾਲ ਕੀਤੇ ਵਿਦਵਾਨਾਂ ਨੇ।
ਵੀ ਗੁਰਮੁਖ ਪਿਆਰਿਆਂ ਨੇ ਜਾਣਿਆ, ਗੁਰਾਂ ਦੁਆਰਾ, ਗੁਰਾਂ ਦੇ ਸਨਮੁਖ ਹੋ ਕੇ ਜਾਣਿਆ ਕਿ ਓੰਕਾਰ ਪ੍ਰਮਾਤਮਾ ਨੇ ਸਾਰਾ ਆਕਾਰ ਬਣਾਇਆ। ਇਸੇ ਤਰ੍ਹਾਂ ਓੰਗ ਗੁਰਮੁਖ ਕੀ ਓਕਾਰ, ਓੰਕਾਰ ਪ੍ਰਮਾਤਮਾ ਨੇ ਜੀਆਂ ਨੂੰ ਗੁਰਮੁਖ ਬਣਾਉਣ ਵਾਸਤੇ ਇਹ ਆਕਾਰ ਬਣਾਇਆ, ਸੰਸਾਰ ਜੋ ਰਚਿਆ। ਇੱਕ ਹੈ ਸੂਤ ਪਰੋਵਨਹਾਰਾ, ਇੱਕੋ ਇੱਕ ਪ੍ਰਮਾਤਮਾ ਹੈ ਜੋ ਆਪਣੇ ਹੁਕਮ ਰੂਪੀ ਸੂਤ ਦੇ ਵਿੱਚ ਪਰੋਣ ਵਾਲਾ ਸਾਰੇ ਸੰਸਾਰ ਦੇ ਜੀਆਂ ਨੂੰ, ਜਿਵੇਂ ਸੂਤ ਦੇ ਵਿੱਚ ਮਣਕੇ ਪਰੋਏ ਜਾਂਦੇ ਨੇ, ਇਸੇ ਤਰ੍ਹਾਂ ਪ੍ਰਮਾਤਮਾ ਦੀ ਚੇਤਨ ਸੱਤਾ ਜੋ ਹੈ ਉਹ ਸੂਤ ਰੂਪ ਹੈ ਅਤੇ ਜੀਆਂ ਰੂਪੀ ਮਣਕੇ ਵਿੱਚ ਪਰੋਏ ਹੋਏ ਨੇ, ਉਸੇ ਨੇ ਪ੍ਰਮਾਤਮਾ ਨੇ ਪਰੋਏ ਨੇ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਭਿੰਨ ਭਿੰਨ ਵੱਖੋ ਵੱਖ ਤਿੰਨ ਗੁਣਾਂ ਦਾ ਵਿਸਥਾਰ ਕੀਤਾ ਪ੍ਰਮਾਤਮਾ ਨੇ। ਮਾਇਆ ਦੇ ਤਿੰਨ ਸੁਭਾਵ, ਕਿਸੇ ਅੰਦਰ ਤਮੋ ਗੁਣ ਪ੍ਰਧਾਨ ਹੈ, ਕਿਸੇ ਅੰਦਰ ਰਜੋ ਗੁਣ ਪ੍ਰਧਾਨ ਹੈ, ਕਿਸੇ ਅੰਦਰ ਸਤੋ ਗੁਣ ਦੀ ਪ੍ਰਧਾਨਤਾ ਹੈ। ਇਹ ਤਿੰਨਾਂ ਗੁਣਾਂ ਵਾਲਾ ਸੰਸਾਰ ਭਿੰਨ ਭਿੰਨ ਅਨੇਕਾਂ ਰੰਗਾਂ ਰੂਪਾਂ ਵਿੱਚ ਅਨੇਕਾਂ ਜਾਤੀਆਂ ਵੰਨਗੀਆਂ ਦੇ ਜੀਵ ਬਣਾ ਕੇ ਪ੍ਰਮਾਤਮਾ ਨੇ ਵਿਸਥਾਰ ਕੀਤਾ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ, ਆਪਣੇ ਨਿਰਗੁਣ ਸਰੂਪ ਤੋਂ ਆਪਣਾ ਸਰਗੁਣ ਸਰੂਪ ਦ੍ਰਿਸ਼ਟਾਇਆ ਹੈ, ਵਿਖਾਇਆ ਹੈ, ਪ੍ਰਗਟ ਕੀਤਾ ਹੈ। ਸਗਲ ਭਾਂਤ ਕਰ ਕਰ ਹੈ ਉਪਾਇਓ, ਸਾਰੇ ਜੀਵ ਭਾਂਤਾਂ ਭਾਂਤਾਂ ਦੇ ਕਰਕੇ ਰਚਨਾ ਉਪਾਏ ਹਨ, ਪੈਦਾ ਕੀਤੇ ਹਨ। ਉਹਨਾਂ ਦੇ ਸੁਭਾਅ ਵੱਖਰੇ ਵੱਖਰੇ ਬਣਾਏ ਹੋਏ ਨੇ, ਜੀਆਂ ਦੇ ਮਨ ਵੱਖਰੇ ਵੱਖਰੇ ਨੇ, ਇਸ ਤਰ੍ਹਾਂ ਕਿਸਮਾਂ ਵੱਖਰੀਆਂ ਵੱਖਰੀਆਂ ਹਨ। ਜਨਮ ਮਰਨ ਮਨ ਮੋਹ ਵਢਾਇਓ, ਆਪ ਹੀ ਜੰਮਣਾ ਮਰਨਾ ਪੈਦਾ ਕੀਤਾ ਹੋਇਆ ਅਤੇ ਆਪ ਹੀ ਜੰਮਣ ਮਰਨ ਦਾ ਮੂਲ ਕਾਰਨ ਮੋਹ, ਪਰਮਾਤਮਾ ਨੇ ਜੀਆਂ ਦੇ ਮਨਾਂ ਅੰਦਰ ਮੋਹ ਵਧਾਇਆ ਹੋਇਆ। ਦੂਹੂ ਭਾਤ ਤੇ ਆਪ ਨਿਰਾਰਾ, ਜੰਮਣ ਮਰਨ ਰੂਪ ਜੋ ਦੋ ਭਾਂਤਾਂ ਹਨ, ਕਿਸਮਾਂ ਹਨ, ਜੀਵ ਜੰਮਦਾ ਮਰਦਾ, ਜੰਮਦਾ ਮਰਦਾ, ਉਹ ਪ੍ਰਮਾਤਮਾ ਆਪ ਨਿਰਾਲਾ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ। ਸੋ ਇਸ ਪ੍ਰਕਾਰ ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ, ਪਰਮਾਤਮਾ ਜੂਨਾਂ 'ਚ ਨਹੀਂ ਆਉਂਦਾ ਹੈ, ਨਿਰਲੇਪ ਹੈ, ਸਭ ਤੋਂ ਭਿੰਨ ਹੈ। ਨਾਨਕ ਅੰਤ ਨਾ ਪਾਰਾਵਾਰਾ, ਹਜ਼ੂਰ ਫਰਮਾਉਂਦੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਿ ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ ਹੈ, ਨਾ ਪਾਰ ਉਰਾਰ ਹੈ। ਬੇਅੰਤ ਹੈ ਪ੍ਰਮਾਤਮਾ ਅਤੇ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ, ਨਾ ਉਰਲਾ ਕੰਢਾ ਨਾ ਪਰਲਾ ਕੰਢਾ। ਸਮੁੰਦਰ ਦਾ ਹੁੰਦਾ ਨਾ ਉਰਾਰ ਅਤੇ ਪਾਰ, ਪਰ ਪਰਮਾਤਮਾ ਦਾ ਉਰਵਾਰ ਪਾਰ ਕੁਛ ਨਹੀਂ ਹੈ। ਸ਼ਲੋਕ ਸੇ ਸਾਹ ਭਗਵੰਤ ਸੇ, ਸੱਚ ਸੰਪੈ ਹਰ ਰਾਸ। ਹਜ਼ੂਰ ਕਹਿੰਦੇ ਨੇ ਭਈ ਉਹੋ ਹੀ ਵੱਡੇ ਸ਼ਾਹੂਕਾਰ ਨੇ, ਉਹੀ ਭਗਵੰਤ, ਭਗਾਂ ਸ਼ਕਤੀਆਂ ਸਮੇਤ ਜਾਂ ਧਨਾੜ ਅਮੀਰ ਲੋਕ। ਸੱਚ ਸੰਪੈ ਹਰ ਰਾਸ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਸੱਚ ਸਰੂਪ ਪਰਮੇਸ਼ਰ ਦੇ ਨਾਮ ਦੀ ਸੰਪਤੀ ਜਾਇਦਾਦ ਹੈ। ਹਰੀ ਅਕਾਲ ਪੁਰਖ ਦੇ ਨਾਮ ਦੀ ਰਾਸ ਪੂੰਜੀ ਸਰਮਾਇਆ ਜਿਨ੍ਹਾਂ ਦੇ ਘਰ ਵਿੱਚ ਹੈ। ਘਰ ਕਿਹੜਾ? ਹਿਰਦਾ ਉਹਨਾਂ ਦਾ। ਸੰਤ ਹਿਰਦਾ ਭੰਡਾਰ, ਰੱਬ ਦੇ ਸੰਤਾਂ ਦਾ ਹਿਰਦਾ ਭੰਡਾਰਾ ਹੁੰਦਾ, ਸ਼ੁਭ ਗੁਣਾਂ ਦਾ, ਨਾਮ ਦਾ, ਗਿਆਨ ਦਾ, ਬਖਸ਼ਿਸ਼ਾਂ ਦਾ। ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ। ਹਜ਼ੂਰ ਕਹਿੰਦੇ ਨੇ ਉਹ ਜਿਹੜੇ ਰੱਬ ਦੇ ਸੰਤ ਨੇ ਨਾ, ਤਿੰਨਾਂ ਸੰਤਾਂ ਦੇ ਪਾਸ ਇਹ ਦਾਤਾਂ ਹਨ। ਸੱਚ ਪਰਮੇਸ਼ਰ ਦਾ ਨਾਮ, ਅਤੇ ਸੁੱਚ ਮਾਨਸਿਕ ਪਵਿੱਤਰਤਾ। ਜਿਵੇਂ ਆਸਾ ਦੀ ਵਾਰ 'ਚ ਕਿਹਾ ਨਾ, ਸੁੱਚ ਹੋਵੇ ਤਾਂ ਸੱਚ ਪਾਈਐ। ਹਿਰਦੇ ਦੀ ਪਵਿੱਤਰਤਾ ਹੋਵੇ ਤਾਂ ਸੱਚ ਪਰਮਾਤਮਾ ਨੂੰ ਪ੍ਰਾਪਤ ਕਰੀਦਾ ਹੈ। ਅਤੇ ਰੱਬ ਦੇ ਸੰਤਾਂ ਦਾ ਹਿਰਦਾ ਹੁੰਦਾ ਪਵਿੱਤਰ, ਸੁੱਚਾ। ਉਹਨਾਂ ਦੇ ਹਿਰਦੇ 'ਚ ਹੁੰਦੀ ਆ ਪਵਿੱਤਰਤਾ, ਅਤੇ ਉਸ ਪਵਿੱਤਰਤਾ ਕਰਕੇ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੁੰਦਾ ਸੱਚ, ਵਾਹਿਗੁਰੂ ਜੀ ਦਾ ਗਿਆਨ, ਮਲਾਪ, ਵਾਹਿਗੁਰੂ ਦੀ ਜੋਤ ਦਾ ਪ੍ਰਗਟਾਵਾ। ਅਤੇ ਮਹਾਰਾਜ ਕਹਿੰਦੇ ਨੇ ਉਹਨਾਂ ਸੰਤਾਂ ਦੇ ਪਾਸ ਇਹ ਦਾਤਾਂ ਹਨ, ਜੇ ਜਾਈਏ ਉਹਨਾਂ ਦੇ ਪਾਸ ਤਾਂ ਉਹਨਾਂ ਕੋਲੋਂ ਇਹ ਦਾਤਾਂ ਪਾਈ ਦੀਆਂ ਹਨ, ਪ੍ਰਾਪਤ ਕੀਤੀਆਂ ਜਾਂਦੀਆਂ। ਪਵੜੀ, ਇੱਥੇ ਸਤਿਗੁਰੂ ਨੇ ਪੌੜੀ ਊੜੇ ਦਾ ਅੱਖਰ ਨਹੀਂ ਵਰਤਿਆ, ਪਵੜੀ ਵਊਆ ਅੱਖਰ ਵਰਤਿਆ। ਇਹ ਸਤਿਗੁਰੂ ਦੀ ਸੁਤੰਤਰਤਾ ਹੈ, ਦੋਵਾਂ ਦਾ ਅਰਥ ਕੋਈ ਹੈ, ਪੌੜੀ ਜਾਂ ਪਵੜੀ। ਸੱਸਾ ਸੱਤ 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 ਸੌ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਅੱਖਰ ਨੇ ਨਾ ਭਾਸ਼ਾਵਾਂ ਦੇ, ਲਿਪੀਆਂ ਦੇ ਵੀ ਉਪਦੇਸ਼ ਦਿੰਦੇ ਨੇ। ਸੋ ਇਹ ਸਮਝਣ ਦੀ ਲੋੜ ਹੈ ਕਿ ਕੀ ਉਪਦੇਸ਼ ਦੇ ਰਹੇ ਨੇ। ਸੱਸਾ ਅੱਖਰ ਕਹਿੰਦਾ ਭਾਈ ਵਾਹਿਗੁਰੂ ਪਰਮਾਤਮਾ ਪਹਿਲਾਂ ਵੀ ਸਤ ਸਰੂਪ ਸੀ, ਜਦੋਂ ਰਚਨਾ ਨਹੀਂ ਸੀ ਕੀਤੀ। ਜਿਹੜਾ ਪਾਸਟ ਸੀ, ਭੂਤਕਾਲ, ਉਦੋਂ ਵੀ ਸੱਚ ਸਰੂਪ ਸੀ।
ਹੁਣ ਜੋ ਬਤੀਤ ਹੋ ਰਿਹਾ ਵਰਤਮਾਨ ਸਮਾਂ, ਜਿੱਥੇ ਹੁਣ ਅਸੀਂ ਮੌਜੂਦ ਹਾਂ, ਹੁਣ ਵੀ ਉਹ ਸਤ ਸਰੂਪ ਹੈ, ਉਹੀ ਹੈ ਸਤ ਸਰੂਪ, ਬਾਕੀ ਤਾਂ ਕੁਛ ਵੀ ਨਹੀਂ। ਤੇ ਆਉਣ ਵਾਲੇ ਸਮੇਂ 'ਚ ਵੀ ਸੋ ਉਹੀ ਪ੍ਰਮਾਤਮਾ ਸਤ ਸਰੂਪ ਹੋਵੇਗਾ। ਭਾਵ ਉਹ ਤ੍ਰੈਈ ਕਾਲ ਤਿੰਨਾਂ ਸਮਿਆਂ 'ਚ ਹੀ ਆਬਾਦ ਹੈ, ਨਾਸ ਤੋਂ ਰਹਿਤ ਹੈ। ਸਤਪੁਰਖ ਤੇ ਭਿੰਨ ਨਾ ਕੋ, ਉਸ ਸੱਚ ਸਰੂਪ ਪੁਰਖ ਪੂਰਨ ਪਰਮਾਤਮਾ ਤੋਂ ਭਿੰਨ ਵੱਖਰਾ ਕੋਈ ਹੋਰ ਹੈ ਹੀ ਨਹੀਂ। ਸਾਰੇ ਜੀਵ ਪਰਮਾਤਮਾ ਵਿੱਚ ਨੇ, ਪਰਮਾਤਮਾ ਸਾਰਿਆਂ ਜੀਆਂ 'ਚ ਆਪਣੀ ਸ੍ਰਿਸ਼ਟੀ 'ਚ ਕੁਦਰਤ ਕਰਕੇ ਵਸਿਆ ਸੋਏ। ਇਹੋ ਜਗ ਸੱਚਾ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਸੋ ਸਰਨ ਪਰੈ ਜਿਹ ਪਾਇੰ। ਹੈ ਤਾਂ ਸਭਨਾਂ ਦੇ ਵਿੱਚ ਹੀ ਪਰਮਾਤਮਾ ਦਾ ਵਾਸਾ, ਸਤਿਪੁਰਖ ਤੋਂ ਕੋਈ ਭਿੰਨ ਵੱਖਰਾ ਹੈ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਨੇ ਪਰ ਸੋ ਸਰਨ ਪਰੈ, ਇਹਨਾਂ ਜੀਆਂ ਵਿੱਚੋਂ ਉਹੀ ਜੀਵ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਹੈ। ਅਸੀਂ ਸ਼ਰਨ ਤੋਂ ਬਾਹਰੇ ਹੋ ਗਏ ਨੇ, ਮਨ ਕਰਕੇ ਜਾਨੇ, ਮਨ ਕਰਕੇ ਵਾਹਿਗੁਰੂ ਦੀ ਸ਼ਰਨ ਵਿੱਚ ਨਹੀਂ ਹੈ ਮਨ, ਦੂਰ ਅਸੀਂ ਭੱਜੇ ਹੋਏ ਹਾਂ। ਪਰ ਵਾਹਿਗੁਰੂ ਦੀ ਸ਼ਰਨ ਵਿੱਚ ਉਹੀ ਪੈਂਦਾ ਹੈ ਜੇ ਪਾਇਆ, ਜਿਸ ਨੂੰ ਪਾ ਲੈਂਦੇ ਹਨ ਵਾਹਿਗੁਰੂ ਜੀ ਆਪ। ਐਸੀ ਸੋਝੀ ਸਮੱਤ ਅੰਦਰ ਚਾਨਣ ਬਖਸ਼ ਦਿੰਦੇ ਨੇ ਕਿ ਉਹ ਜੀਵ ਵਾਹਿਗੁਰੂ ਦੀ ਸ਼ਰਨ 'ਚ ਪਿਆ ਰਹਿੰਦਾ। ਫਿਰ ਸਿਮਰ ਸਿਮਰ ਗੁਣ ਗਾਏ ਸੁਨਾਇੰ, ਉਹ ਜਿਹੜੇ ਵਿਅਕਤੀ ਨੇ ਨਾ, ਫਿਰ ਸਿਮਰ ਸਿਮਰ ਕੇ ਵਾਹਿਗੁਰੂ ਨੂੰ ਤੇ ਪਰਮਾਤਮਾ ਦੇ ਗੁਣਾਨਵਾਦ ਨੂੰ ਗਾ ਗਾ ਕੇ ਹੋਰਨਾਂ ਨੂੰ ਵੀ ਸੁਣਾਉਂਦੇ ਨੇ। ਸੰਸੈ ਭਰਮ ਨਹੀਂ ਕਛ ਵਿਆਪਤ, ਜਿਹੜੇ ਇੰਜ ਕਰਦੇ ਨੇ ਉਹਨਾਂ ਨੂੰ ਸੰਸਾ, ਕੋਈ ਸੰਸੇ ਨਹੀਂ ਵਿਆਪਦੇ। ਸੰਸਾ ਸਹਿਮ, ਡਰ ਤੌਖਲਾ ਤੇ ਭਰਮ ਭ੍ਰਾਂਤੀ ਭਟਕਣਾ, ਹੋਰ ਦਾ ਹੋਰ ਸਮਝਣਾ ਜਗਤ ਨੂੰ, ਪਰਮਾਤਮਾ ਦੀ ਹੋਂਦ ਨੂੰ ਮੰਨਣਾ ਹੀ ਨਾ ਹਿਰਦੇ 'ਚ, ਤੇ ਸੰਸਾਰ ਨੂੰ ਸੱਚਾ ਮੰਨਣਾ, ਇਹ ਭਰਮ ਹੈ। ਖੈਰ ਲੰਬੀ ਵਿਆਖਿਆ ਭਰਮ ਦੀ, ਭਟਕਣਾ। ਜੰਝ ਕਹਿ ਲਓ ਵੀ ਹਨੇਰੇ 'ਚ, ਗਾੜਾ ਹਨੇਰਾ ਨਹੀਂ ਅਜੇ, ਸ਼ਾਮਾਂ ਦਾ ਹਨੇਰਾ, ਤੇ ਦਰਵਾਜ਼ੇ 'ਤੇ ਰੱਸੀ ਪਈ ਹੋਵੇ, ਬਾਹਰੋਂ ਆਇਆ ਬੰਦਾ ਰੱਸੀ ਨੂੰ ਸੱਪ ਜਾਣ ਕੇ ਡਰ ਜਾਏ। ਹਨੇਰੇ ਵਰਗਾ ਅਗਿਆਨ ਹੈ, ਤੇ ਰੱਸੀ ਵਿੱਚ ਸੱਪ ਦੀ ਪ੍ਰਤੀਤੀ ਇਹ ਭਰਮ ਹੈ। ਅਗਿਆਨ ਕਰਕੇ ਜਗਤ ਦਿਖਾਈ ਤੇ ਦੇ ਰਿਹਾ ਹੈ, ਪਰ ਅਗਿਆਨ ਕਰਕੇ ਸੱਚਾ ਦਿਖਾਈ ਦੇ ਰਿਹਾ ਦੀ ਨਾਸ ਮਾਨਤਾ ਨੂੰ ਹਿਰਦੇ 'ਚ ਨਾ ਮੰਨਣਾ, ਇਹ ਹੈ ਭਰਮ। ਸੰਸੈ ਭਰਮ ਨਹੀਂ ਕਛ ਵਿਆਪਤ, ਉਸ ਵਿਅਕਤੀ ਨੂੰ ਇਹ ਸੰਸੇ ਭਰਮ ਆਦਿ ਕੁਛ ਨਹੀਂ ਵਿਆਪਦੇ, ਪ੍ਰਭਾਵ ਨਹੀਂ ਪਾਉਂਦੇ, ਅਸਰ ਨਹੀਂ ਕਰਦੇ ਹਨ। ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ, ਉਸ ਵਿਅਕਤੀ ਦੇ ਤਾਈਂ ਪਰਮਾਤਮਾ ਦਾ ਪ੍ਰਤਾਪ ਪ੍ਰਗਟ ਜਾਪਦਾ ਹੈ, ਦਿਖਾਈ ਦਿੰਦਾ। ਜਿਹਦੇ ਅੰਦਰ ਭਰਮ ਹੈ ਉਹਨੂੰ ਪਰਮਾਤਮਾ ਨਹੀਂ ਦਿਖਾਈ ਦਿੰਦਾ, ਪਰ ਜਿਹਦੇ ਅੰਦਰੋਂ ਭਰਮ ਨਿਵਰਤ ਹੋ ਗਿਆ ਉਹਦੇ ਤਾਈਂ ਪ੍ਰਤੱਖ ਰੂਪ ਵਿੱਚ ਵਾਹਿਗੁਰੂ ਜੀ ਦਾ ਪ੍ਰਤਾਪ ਸੰਸਾਰ ਵਿੱਚ ਦਿਖਾਈ ਦੇ ਰਿਹਾ। ਬਿਰਛ ਬੂਟੇ ਧਰਤੀ 'ਚੋਂ ਉੱਗ ਰਹੇ ਨੇ, ਬਿਰਛ ਬੂਟੇ ਮੌਲਦੇ ਪਏ ਨੇ, ਫੁੱਲ ਖਿੜੇ ਹੋਏ ਨੇ, ਜੀਵ ਅਨੇਕਾਂ ਤਰ੍ਹਾਂ ਦੀ ਕਿਰਿਆ ਕਰ ਰਹੇ ਨੇ, ਇਹ ਪਰਮਾਤਮਾ ਦਾ ਹੀ ਪ੍ਰਤਾਪ ਪ੍ਰਗਟ ਹੋ ਰਿਹਾ। ਦਸਮ ਪਾਤਸ਼ਾਹ ਨੇ ਕਿਹਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜ਼ਾਹਰ ਪ੍ਰਗਟ ਜ਼ਹੂਰ ਪ੍ਰਤਾਪ ਵਾਲੇ ਹੋ, ਹਾਜ਼ਰ ਨੇੜੇ ਤੇ ਹਜ਼ੂਰ ਸਾਹਮਣੇ ਹੋ। ਸੋ ਇਸ ਪ੍ਰਕਾਰ ਉਸ ਦੇ ਤਾਈਂ ਜਾਪਦਾ ਪਰਮੇਸ਼ਰ ਦਾ ਪ੍ਰਤਾਪ ਪ੍ਰਗਟ ਪ੍ਰਤੱਖ, ਸੋ ਸਾਧੂ ਇਹ ਪਹੁੰਚਣ ਹਾਰਾ। ਮਹਾਰਾਜ ਕਹਿੰਦੇ ਨੇ ਇਸ ਅਵਸਥਾ ਤੱਕ ਜਿਹੜਾ ਪਹੁੰਚਣ ਵਾਲਾ ਹੈ ਨਾ, ਜਿਹੜਾ ਸੰਸਾ ਭਰਮ ਜਿਹਦਾ ਨਿਵਰਤ ਹੋ ਗਿਆ, ਉਹ ਸਾਧੂ ਹੈ। ਨਾਨਕ ਤਾਕੈ ਸਦ ਬਲਿਹਾਰਾ। ਸਤਿਗੁਰੂ ਅਰਜਨ ਦੇਵ ਜੀ ਜਿੱਥੇ ਪੂਜਨੀਕ ਸਤਿਗੁਰਾਂ ਤੋਂ, ਅਕਾਲ ਪੁਰਖ ਤੋਂ ਬਰਿਹਾਰ ਜਾਂਦੇ ਨੇ, ਹੁਣ ਵਾਹਿਗੁਰੂ ਦੇ ਪਿਆਰੇ ਜੋ ਇੱਥੋਂ ਤੱਕ ਪਹੁੰਚੇ ਹੋਏ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਤੋਂ ਅਸੀਂ ਸਦ ਸੈਂਕੜੇ ਵਾਰੀ ਹਮੇਸ਼ਾ ਹਮੇਸ਼ਾ ਆਪਣਾ ਬਲ ਹਾਰਦੇ ਹਾਂ, ਯਾਨੀ ਸਦਕੇ ਜਾਂਦੇ, ਬਲਿਹਾਰ ਕੁਰਬਾਨ ਜਾਂਦੇ। ਸ਼ਲੋਕ ਸਤਿਗੁਰੂ ਜੀ ਅਗਲਾ ਸ਼ਲੋਕ ਉਚਾਰਦੇ ਹਨ, ਚੌਥੀ ਪੌੜੀ ਦਾ ਸ਼ਲੋਕ। ਧੰਨ ਧੰਨ ਕਹਾ ਪੁਕਾਰ ਤੇ ਮਾਇਆ ਮੋਹ ਸਭ ਕੂਰ। ਮਹਾਰਾਜ ਕਹਿੰਦੇ ਰੱਬ ਦੇ ਬੰਦੇ ਹੋ, ਐ ਜੀਓ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ, ਕੀ ਧੰਨ ਧੰਨ ਪੁਕਾਰੀ ਜਾਂਦੇ, ਹਾਏ ਧੰਨ ਹਾਏ ਧੰਨ। ਧੰਨ ਬੜੀ ਵੱਡੀ ਚੀਜ਼ ਹੈ, ਮਾਇਆ ਬਹੁਤ ਮਹਾਨ ਚੀਜ਼ ਹੈ ਭਾਈ। ਇਸ ਸੰਸਾਰ ਵਿੱਚ ਤੇ ਧੰਨ ਦੇ ਨਾਲ ਹੀ ਇੱਜ਼ਤ ਹੁੰਦੀ ਹੈ। ਮਹਾਰਾਜ ਕਹਿੰਦੇ ਕਿੱਥੋਂ ਕੁ ਤੱਕ ਪੁਕਾਰੀ ਜਾਓਗੇ ਕਿ ਹੋਰ ਧੰਨ ਮਿਲ ਜੇ, ਹੋਰ ਧੰਨ ਮਿਲ ਜੇ। ਖਿਆਲ ਕਰੋ ਮਾਇਆ ਮੋਹ ਸਭ ਕੂਰ। ਮਾਇਆ ਦਾ ਮੋਹ ਸਭ ਝੂਠ ਰੂਪ ਹੈ, ਕਿਉਂਕਿ ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ। ਜਿੰਨੀ ਸਮੱਗਰੀ ਸੰਸਾਰ 'ਤੇ ਦੇਖ ਰਹੇ ਹੋ, ਸਭ ਨਾਲੋਂ ਸੰਬੰਧ ਟੁੱਟ ਜਾਣਾ, ਅਸੀਂ ਸਾਰਾ ਕੁਝ ਛੱਡ ਕੇ ਚਲੇ ਜਾਣਾ। ਤੇ ਇਹ ਵੀ ਨਹੀਂ ਵੀ 100 ਸਾਲ ਬਾਅਦ ਛੱਡ ਕੇ ਜਾਣ। ਸਾਨੂੰ ਤੇ ਆਪਣੇ ਸਵਾਸ ਜਿਹੜਾ ਚੱਲ ਰਿਹਾ ਉਹਦਾ ਹੀ ਭਰੋਸਾ ਨਹੀਂ।
ਕੀ ਭਰੋਸਾ? ਮਨ 'ਚ ਟੇਕ ਰੱਖੀ ਜਿਵੇਂ ਅਸੀਂ ਜਿਉਣਾ, ਪਰ ਵਿਚਾਰੋ ਨਾ ਜੇ ਹੁਣੇ ਸਵਾਸ ਰੁਕ ਗਿਆ ਤੇ ਸਭ ਕੁਝ ਰੱਖਿਆ ਰਖਾਇਆ ਰਹਿ ਜਾਏ। ਹਜ਼ੂਰ ਕਹਿੰਦੇ ਨੇ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ। ਜਿਹੜੇ ਰੱਬ ਦਾ ਨਾਮ ਛੱਡ ਕੇ ਮਾਇਆ ਮਾਇਆ ਪੁਕਾਰੀ ਜਾਂਦੇ ਨੇ, ਹਾ ਹਾ ਕਰਤ ਬਿਹਾਨੀ ਅਵਦੈ ਤਾ ਮਹਿ ਸੰਤੋਖ ਨਾ ਪਾਇਆ। ਹਾਏ ਮਾਇਆ ਕਰਦਿਆਂ ਉਮਰ ਗੁਜ਼ਾਰ ਦਿੱਤੀ, ਜਿੰਨੀ ਮਰਜ਼ੀ ਕੋਲ ਆ ਗਈ, ਲੱਖਾਂ ਕਰੋੜਾਂ ਅਰਬਾਂ ਖਰਬਾਂ ਆ ਗਈ, ਪਰ ਇਹਦੇ 'ਚ ਸੰਤੋਖ ਨਹੀਂ ਪ੍ਰਾਪਤ ਹੋਇਆ ਤੇ ਸੁੱਖ ਨਹੀਂ ਮਿਲਿਆ। ਸੰਤੋਖ ਤੋਂ ਬਗੈਰ ਸੁੱਖ ਨਹੀਂ ਹੈ। ਹਜ਼ੂਰ ਕਹਿੰਦੇ ਨੇ ਨਾਮ ਬਿਹੂਨੇ ਨਾਨਕਾ, ਵਾਹਿਗੁਰੂ ਦੇ ਨਾਮ ਦੇ ਧਨ ਤੋਂ ਬਿਹੂਣੇ ਸਖਣੇ ਜਿਹੜੇ ਜੀਵ ਹਨ, ਹੋਤ ਜਾਤ ਸਭ ਧੂੜ ਬਣ ਜਾਣਗੇ, ਮਿੱਟੀ ਬਣ ਜਾਣਗੇ, ਮਿੱਟੀ 'ਚ ਮਿਲ ਜਾਣਗੇ। ਕਿਉਂਕਿ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ। ਇਹ ਮਿੱਟੀ ਸਰੀਰ ਪੰਜਾਂ ਤੱਤਾਂ ਤੋਂ ਬਣਿਆ, ਮਿੱਟੀ 'ਚ ਮਿਲ ਜਾਏਗਾ। ਪਵੜੀ ਹਜ਼ੂਰ ਖੁਲਾਸਾ ਕਰਦੇ ਨੇ, ਧੱਦਾ ਧੂਰ ਪੁਨੀਤ ਤੇਰੇ ਜਨੂਆ। ਹਜ਼ੂਰ ਕਹਿੰਦੇ ਧੱਦਾ ਅੱਖਰ ਉਪਦੇਸ਼ ਦਿੰਦਾ, ਧੱਦੇ ਰਾਹੀਂ ਇਹ ਉਪਦੇਸ਼ ਲਓ ਕਿ ਹੇ ਵਾਹਿਗੁਰੂ, ਜਿਹੜੇ ਤੇਰੇ ਜਨ ਹਨ ਉਹਨਾਂ ਤੇਰੇ ਜਨਾਂ ਦੀ ਜਿਹੜੀ ਧੂੜ ਹੈ ਉਹ ਪੁਨੀਤ ਹੈ, ਪਵਿੱਤਰ ਹੈ। ਤੇਰੇ ਭਗਤਾਂ ਦੇ ਚਰਨਾਂ ਦੀ ਧੂੜ ਹੀ ਪਵਿੱਤਰ ਹੈ। ਧਨ ਤੇਊ ਜਿਹ ਰੁਚ ਇਆ ਮਨੂਆ। ਧਨ ਤੇਊ ਉਹ ਜੀਵ ਵੀ ਧਨ ਨੇ, ਜਿਸ ਦੇ ਉਹ ਜੀਵ ਵੀ ਧਨ ਹੈ, ਜਿਸ ਦੇ ਜਾਂ ਜਿਨ੍ਹਾਂ ਦੇ ਮਨੂਆ ਮਨ ਦੇ ਅੰਦਰ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜ ਪ੍ਰਾਪਤ ਕਰਨ ਦੀ ਰੁਚੀ ਹੈ, ਰੁਚ ਹੈ। ਹਿਰਦੇ ਅੰਦਰ ਇਹ ਭਾਵਨਾ ਹੈ ਕਿ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੈਨੂੰ ਪ੍ਰਾਪਤ ਹੋਵੇ। ਇੱਕ ਤੇ ਉਹਦੇ ਅੰਦਰ ਨਿਮਰਤਾ ਹੋਵੇਗੀ, ਇੱਕ ਪਰਮਾਤਮਾ ਦੇ ਸੰਤ ਬੰਦਗੀ ਵਾਲੇ ਜਾਣ ਕੇ ਰੱਬ ਦੇ ਨਾਮ ਨਾਲ ਸ਼ਰਧਾ ਹੈ। ਸੋ ਇਸ ਪ੍ਰਕਾਰ ਜੇ ਕੋਈ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਰੱਬ ਦੇ ਸੰਤ ਦਾ ਕੋਈ ਸਤਿਕਾਰ ਕਰਦਾ, ਮਤਲਬ ਉਹ ਪਰਮਾਤਮਾ ਦੇ ਪ੍ਰਤੀ ਸ਼ਰਧਾ ਰੱਖਦਾ ਹੈ ਤੇ ਰੱਬ ਦੇ ਨਾਮ ਦੇ ਪ੍ਰਤੀ ਉਹਦੇ ਮਨ 'ਚ ਸਤਿਕਾਰ ਹੈ, ਤਾਂ ਰੱਬ ਦੇ ਸੰਤ ਨੂੰ ਉਹ ਸਜਦਾ ਕਰਦਾ, ਨਮਸਕਾਰ ਕਰਦਾ, ਸੇਵਾ ਭਾਵਨਾ ਕਰਦਾ। ਧਨ ਨਹੀਂ ਬਾਦਸ਼ਾਹ ਹੈ, ਸੁਰਗ ਨਾ ਆਸ਼ਾ ਹੈ। ਜਿਹੜੇ ਉਹ ਰੱਬ ਦੇ ਪਿਆਰੇ ਨੇ ਨਾ, ਉਹ ਜਿਹੜਾ ਧਨ ਦੁਨਿਆਵੀ ਧਨ ਹੈ, ਇਹ ਨਹੀਂ ਬਾਂਛਣਾ ਮੈਨੇ ਲੋਚਣਾ। ਇਸ ਧਨ ਨੂੰ ਵੀ ਨਹੀਂ ਉਹ ਲੋਚਦੇ। ਸੁਰਗ ਨਾ ਆਸ਼ਾ ਹੈ ਤੇ ਸੁਰਗ ਦੀ ਵੀ ਚਾਹਨਾ ਨਹੀਂ ਰੱਖਦੇ, ਸੁਰਗ ਵੀ ਨਹੀਂ ਚਾਹੁੰਦੇ ਕਿ ਸਾਡਾ ਸੁਰਗ ਵਿੱਚ ਵਾਸਾ ਹੋਏ। ਸੁਰਗ ਬਾਸ ਨਾ ਬਾਸ਼ੀਆ ਡਰੀਆ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀਜਾ ਆਸ। ਸੁਰਗ ਦੀ ਇੱਛਾ ਨਹੀਂ ਰੱਖਦੇ। ਇੱਕ ਮੁਸਲਮਾਨ ਅਦੀਬ ਦਾ ਬਚਨ ਹੈ, ये जो बागे फिरदौश कहते हैं मंजिल है थके हारों की, ठहर जाएं ठहरने वाले हम तो सफ़र करते हैं। ਕਹਿੰਦੇ ਜਿਹੜਾ ਬਹਿਸ਼ਤ ਦਾ ਬਾਗ ਜਿਹਾ ਦੱਸਦੇ ਨੇ ਨਾ, ਫਿਰਦੌਸ਼ ਦਾ ਬਹਿਸ਼ਤ ਦਾ ਬਾਗ, ਇਹ ਥੱਕੇ ਮਨ ਦੇ ਲੋਕਾਂ ਦੀ ਮੰਜ਼ਿਲ ਹੋਵੇਗੀ। ਪਰ ਠਹਿਰ ਜਾਣ ਇੱਥੇ ਠਹਿਰਨ ਵਾਲੇ ਅਸੀਂ ਫਕੀਰ ਲੋਕ ਤਾਂ ਅਜੇ ਸਫ਼ਰ ਕਰਾਂਗੇ। ਸਾਡੀ ਮੰਜ਼ਿਲ ਕੁਝ ਹੋਰ ਹੈ, ਵਾਹਿਗੁਰੂ ਦੇ ਦਰ 'ਤੇ ਮੁੱਖ ਉਜਲਾ ਕਰਨਾ, ਪਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਕਰਨਾ। ਇਸ ਵਾਸਤੇ ਸੁਰਗ ਨੂੰ ਵੀ ਨਹੀਂ ਇੱਛਦੇ, ਸੁਰਗ ਦੀ ਵੀ ਆਸ਼ਾ ਇੱਛਾ ਨਹੀਂ ਰੱਖਦੇ, ਸੁਰਗ ਨਹੀਂ ਚਾਹੁੰਦੇ ਹਨ, ਤਾਂਗ ਨਹੀਂ ਕਰਦੇ ਹਨ। ਅਤ ਪ੍ਰਿਯ ਪ੍ਰੀਤ ਸਾਧ ਰਾਜ ਰਾਚੈ, ਅਤਿਅੰਤ ਪ੍ਰਿਯ ਪ੍ਰੀਤ, ਪਿਆਰੇ ਪਰਮਾਤਮਾ ਦੀ ਜਿਹੜੀ ਪ੍ਰੀਤ ਆ ਨਾ, ਅਤਿਅੰਤ ਹੀ ਆ ਉਹਨਾਂ ਦੇ ਹਿਰਦੇ 'ਚ। ਤੇ ਨਾਲ ਉਹ ਸਾਧ ਰਾਜ ਰਾਚਾ ਹੈ, ਸਾਧੂਆਂ ਦੇ ਚਰਨਾਂ ਦੀ ਜਿਹੜੀ ਰਾਜ ਧੂੜ ਆ ਨਾ, ਉਹਦੇ 'ਚ ਉਹ ਰਚੇ ਰਹਿੰਦੇ ਨੇ, ਭਾਵਨਾ ਰੱਖਦੇ, ਨਿਮਰਤਾ ਰੱਖਦੇ ਨੇ ਵੀ ਤੇਰੇ ਪਿਆਰੇ ਮਿਲਣ। ਫਰੀਜੀ ਵੀ ਕਹਿੰਦੇ ਵੀ ਮੈਂ ਧੁਖਾਂ ਜਿਉ ਮਾਲੀ ਕਾਰਨ ਤਨਾ ਮਾਪਰੀ। ਉਹਨਾਂ ਪਿਆਰਿਆਂ ਦੀ ਖਾਤਰ, ਦਰਸ਼ਨਾਂ ਦੀ ਖਾਤਰ ਹਿਰਦੇ 'ਚ ਇੰਨੀ ਚਿੰਤਾ ਪ੍ਰਬਲ ਹੈ ਵੀ ਕਿਤੇ ਮਰ ਨਾ ਜਾਈਏ ਪਹਿਲਾਂ। ਜਿਵੇਂ ਗੋਹੇ ਦਾ ਬੂਰਾ ਧੁਖਦਾ ਨਾ, ਗੋਹੇ ਦੀ ਮਿਲੀ ਧੁਖਦੀ ਆ ਨਾ, ਇਸ ਤਰ੍ਹਾਂ ਹਿਰਦਾ ਧੁਖਦਾ ਚਿੰਤਾ ਵਿੱਚ ਕਿ ਜਿਉਂਦਿਆਂ ਜਿਉਂਦਿਆਂ ਤੇਰੇ ਸੰਤ ਮਿਲ ਪੈਣ। ਧੰਦੇ ਕਹਾ ਵਿਆਪੈ ਤਾਹੂ, ਉਹਨਾਂ ਦੇ ਤਾਈਂ ਜਿਹੜੇ ਸੰਸਾਰ ਦੇ ਜੰਜਾਲ ਨੇ ਕਿੱਥੇ ਪ੍ਰਭਾਵ ਪਾ ਸਕਦੇ, ਕਿੱਥੇ ਆਪਣੇ ਵੱਲ ਖਿੱਚ ਸਕਦੇ ਨੇ, ਕਿੱਥੇ ਉਹਨਾਂ ਨੂੰ ਫਸਾ ਸਕਦੇ ਨੇ। ਕਿਹਨਾਂ ਨੂੰ ਜੀ? ਜੋ ਏਕ ਛਾੜ ਅਨਕਤ ਹੈ ਨਾ ਜਾਹੂ, ਜੋ ਇੱਕ ਵਾਹਿਗੁਰੂ ਪਰਮਾਤਮਾ ਦਾ ਪਾਸਾ ਛੱਡ ਕੇ ਅਨ ਹੋਰ ਕਤੈ ਕਿਧਰੇ ਨਹੀਂ ਜਾਂਦੇ ਹਨ। ਜਿਹੜੇ ਵਾਹਿਗੁਰੂ ਦੇ ਪਿਆਰੇ, ਇੱਕ ਪਰਮਾਤਮਾ ਵਾਲਾ ਪਾਸਾ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਉਹਨਾਂ ਦਾ ਮਨ, ਯਾਨੀ ਮਨ ਕਰਕੇ ਹੋਰ ਕਿਸੇ ਪਾਸੇ ਨਹੀਂ ਜਾਂਦੇ।
ਜਾ ਕੈ ਹੀਐ ਦਿਓ ਪ੍ਰਭ ਨਾਮ। ਹਜ਼ੂਰ ਫਰਮਾਉਂਦੇ ਨੇ, ਜਿਸ ਦੇ ਹਿਰਦੇ ਅੰਦਰ ਪ੍ਰਭੂ ਪਰਮਾਤਮਾ ਨੇ ਆਪਣਾ ਨਾਮ ਬਖਸ਼ ਦਿੱਤਾ ਹੈ, ਨਾਨਕ ਸਾਧ ਪੂਰਨ ਭਗਵਾਨ, ਉਹ ਪੂਰਨ ਸਾਧੂ ਹੈ ਤੇ ਭਗਵਾਨ ਪਰਮੇਸ਼ਰ ਦਾ ਸਰੂਪ ਹੈ, ਉਹ ਭਗਵਾਨ ਸਰੂਪ ਹੀ ਬਣ ਗਿਆ। ਜਿਵੇਂ ਹਜ਼ੂਰ ਨੇ ਕਿਹਾ, ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾ। ਮਨ ਸੁਧਰ ਜਾਏ ਤੇ ਗੁਰੂ ਕਰਤਾਰ ਦਾ ਸਰੂਪ ਹੈ। ਇਸ ਪ੍ਰਕਾਰ ਜਿਹੜੇ ਪੂਰਨ ਸਾਧੂ ਭਗਵਾਨ ਸਰੂਪ ਹੀ ਹਨ। ਸ਼ਲੋਕ ਸਤਿਗੁਰੂ ਜੀ ਸ਼ਲੋਕ ਉਚਾਰਨ ਕਰਦੇ ਹਨ, 5ਵਾਂ ਯਾਨੀ 5ਵੀਂ ਪੌੜੀ ਤੇ ਇਸ ਦੇ ਨਾਲ ਦਾ ਸ਼ਲੋਕ। ਅਨਕ ਭੇਖ ਅਰੰਗਿਆਨ ਧਿਆਨ, ਮਨ ਹੱਠ ਮਿਲਿਓ ਨਾ ਕੋਈ। ਦੇ ਜੇ ਵਾਹਿਗੁਰੂ ਨੂੰ ਮਿਲਣਾ ਹੋਵੇ ਤੇ ਮਾਰੇ ਕਿਹੜਾ ਭੇਖ ਧਾਰੀਏ, ਕਿਹੜਾ ਗਿਆਨ ਹੈ ਜਿਹੜਾ ਸੁਣੀਏ, ਕਿਸ ਤਰ੍ਹਾਂ ਦੀ ਸਮਾਧੀ ਲਾਈਏ, ਕਿੰਨਾ ਕੁ ਸਰੜ ਕਰਕੇ ਲੱਗੇ ਰਹੀਏ। ਤਾਂ ਹਜ਼ੂਰ ਕਹਿੰਦੇ ਨੇ, ਅਨੇਕਾਂ ਭੇਖ ਭਾਵੇਂ ਧਾਰ ਲਏ ਮਨੁੱਖ, ਅਰ ਬੌੜੋ ਅਤੇ ਗਿਆਨ, ਧਾਰਮਿਕ ਗ੍ਰੰਥਾਂ 'ਚ ਲਿਖੀ ਹੋਈ ਜਾਣਕਾਰੀ ਹਾਸਲ ਕਰ ਲੈ ਤੇ ਧਿਆਨ ਮਨ ਦਾ ਹੱਠ ਕਰਕੇ ਜੇ ਕੋਈ ਧਿਆਨ ਸਮਾਧੀ ਲਾਉਣ ਦਾ ਯਤਨ ਕਰੇ, ਇੰਦਰੀਆਂ ਨੂੰ ਰੋਕਣ ਦਾ, ਵੀ ਅੰਤਰਮੁਖ ਹੋ ਜਾ, ਇਹ ਮਨ ਦੇ ਹੱਠ ਕਰਕੇ ਜਿਹੜੇ ਕੀਤੇ ਕਰਮ ਨੇ, ਇਹਨਾਂ ਦੁਆਰਾ ਕੋਈ ਨਹੀਂ ਪਰਮੇਸ਼ਰ ਨੂੰ ਮਿਲ ਸਕਿਆ, ਕੋਈ ਵੀ ਨਹੀਂ ਮਿਲਿਆ। ਕਹੋ ਨਾਨਕ ਕਿਰਪਾ ਭਈ, ਭਗਤ ਗਿਆਨੀ ਸੋਏ। ਗਿਆਨੀ ਕਿਉਂਕਿ ngੰਗੇ ਅੱਖਰ ਰਾਹੀਂ ਉਪਦੇਸ਼ ਦੇ ਰਹੇ ਨੇ ਸਤਿਗੁਰੂ ਮਹਾਰਾਜ ਅੱਗੇ। ਹਜ਼ੂਰ ਕਹਿੰਦੇ ਨੇ, ਭਾਈ ਜਿਸ ਦੇ ਉੱਪਰ ਵਾਹਿਗੁਰੂ ਦੀ ਆਪਣੀ ਕਿਰਪਾ ਹੋਈ, ਜੋ ਸ਼ਰਨ 'ਚ ਪਿਆ ਰਿਹਾ ਤੇ ਉਹਨੇ ਇਹ ਭਾਵਨਾ ਰੱਖੀ ਕਿ ਕਦੇ ਮਹਾਰਾਜ ਬਖਸ਼ਿਸ਼ ਕਰਨਗੇ, ਜਿਸ ਬਾਰੇ ਕਬੀਰ ਜੀ ਨੇ ਕਿਹਾ, ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ਸੇਵਕ ਦਾ ਫਰਜ਼ ਹੈ ਮੰਗਤੇ ਦਾ ਦਰਵਾਜ਼ੇ ਤੇ ਬੇਨਤੀਆਂ ਕਰਨੀਆਂ। ਮਾਲਕ ਦੀ ਮਰਜ਼ੀ ਹੈ, ਜਦੋਂ ਟੁੱਟ ਪਿਆ, ਦਇਆ ਆ ਗਈ, ਦਰਵਾਜ਼ਾ ਖੋਲ੍ਹ ਕੇ ਅੰਦਰ ਲੰਘਾ ਲਵੇ ਜਾਂ ਖੈਰ ਪਾਏ, ਮਾਲਕ ਦੇ ਉੱਪਰ ਨਿਰਭਰ ਹੈ। ਕਹਿੰਦੇ ਸਤਿਗੁਰੂ ਜੀ ਕਿ ਜਿਸ ਦੇ ਉੱਪਰ ਭਾਈ ਅਕਾਲ ਪੁਰਖ ਦੀ ਕਿਰਪਾ ਹੋਈ, ਉਹੀ ਭਗਤ ਹੈ, ਉਹੀ ਗਿਆਨਵਾਨ ਹੈ। ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣ ਵਾਲਾ ਭਗਤ ਉਹੀ ਹੈ ਜਿਸ 'ਤੇ ਵਾਹਿਗੁਰੂ ਦੀ ਕਿਰਪਾ ਹੋ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕਉ ਕਿਰਪਾ ਕੀਜੈ। ਜੇ ਵਾਹਿਗੁਰੂ ਨਹੀਂ ਕਿਰਪਾ ਕਰਦਾ ਤੇ ਕੋਈ ਸੰਤ ਨਹੀਂ ਬਣ ਸਕਦਾ। ਸੰਤ ਕਰਤਾਰ ਸਿੰਘ ਖਾਲਸਾ ਜੀ ਵੀ ਕਿਹਾ ਕਰਦੇ ਸਨ ਬਚਨ, ਵੀ ਭਾਈ ਹੋਰ ਆਪਣੀ ਮਿਹਨਤ ਕਰਕੇ ਕੋਈ ਡਾਕਟਰ, ਵਕੀਲ, ਜੱਜ, ਇੰਜੀਨੀਅਰ, ਸਾਇੰਟਿਸਟ ਬਣ ਸਕਦਾ, ਪਰ ਆਪਣੇ ਯਤਨ ਦੇ ਨਾਲ ਕੋਈ ਸੰਤ ਨਹੀਂ ਬਣ ਸਕਦਾ। ਵਾਹਿਗੁਰੂ ਹੀ ਬਖਸ਼ਿਸ਼ ਕਰੇ ਤੇ ਕੋਈ ਸੰਤ ਹੈ, ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਹਜ਼ੂਰ ਹੁਣ ਬਚਨ ਫਰਮਾਉਂਦੇ ਨੇ, ਪੌੜੀ। ਨੰਗਾ ਗਿਆਨ ਨਹੀਂ ਮੁਖ ਬਾਤੋ, ਮੁਖ ਤੋਂ ਬਾਤਾਂ ਗਿਆਨ ਧਿਆਨ ਦੀਆਂ ਕਰੀ ਜਾਣ ਨਾਲ ਹਜ਼ੂਰ ਕਹਿੰਦੇ ਕੋਈ ਗਿਆਨਵਾਨ ਨਹੀਂ ਬਣ ਜਾਂਦਾ। ਨੰਗਾ ਅੱਖਰ ਉਪਦੇਸ਼ ਦਿੰਦਾ ਕਿ ਵਾਹਿਗੁਰੂ ਨਾਲ ਡੂੰਘੀ ਸਾਂਝ ਜਿਹੜੀ ਪਾਉਣੀ ਹੈ, ਜਿਹੜਾ ਵਾਹਿਗੁਰੂ ਜੀ ਦਾ ਨਿਰਾਵਰਨ ਗਿਆਨ, ਜਿਹੜਾ ਛੁਪਿਆ ਹੋਇਆ ਗਿਆਨ, ਅੰਤਰੀਵ ਗਿਆਨ, ਇਹ ਮੁਖ ਦੀਆਂ ਗੱਲਾਂ ਨਾਲ ਨਹੀਂ ਪ੍ਰਾਪਤ ਹੁੰਦਾ। ਅਨਕ ਜੁਗਤ ਸ਼ਾਸਤਰ ਕਰ ਭਾਤੋ, ਸ਼ਾਸਤਰਾਂ ਦੀਆਂ ਅਨੇਕਾਂ ਭਾਂਤਾਂ ਦੀਆਂ ਜੁਗਤੀਆਂ ਕਰਨ ਨਾਲ ਵੀ ਨਹੀਂ ਮਿਲ ਸਕਦਾ। ਗਿਆਨੀ ਸੋਏ ਜਾ ਕੇ ਦ੍ਰਿੜ ਸੋਊ। ਹਜ਼ੂਰ ਕਹਿੰਦੇ ਭਾਈ ਗਿਆਨਵਾਨ ਉਹੀ ਹੈ ਜਿਸ ਦੇ ਹਿਰਦੇ ਅੰਦਰ ਉਹ ਪਰਮਾਤਮਾ ਦ੍ਰਿੜ ਹੋਇਆ ਹੈ, ਜਿਸ ਦੇ ਹਿਰਦੇ ਪਰਮਾਤਮਾ ਦਾ ਦ੍ਰਿੜ ਨਿਸ਼ਚਾ ਹੈ। ਵਾਹਿਗੁਰੂ ਦੇ ਨਾਮ ਦੀ ਟੇਕ ਦ੍ਰਿੜ ਕੀਤੀ ਹੋਈ ਹੈ, ਹਿਰਦੇ 'ਚ ਵਸ ਗਈ। ਕਹਿਤ ਸੁਣਤ ਕਛ ਯੋਗ ਨਾ ਹੋ, ਗੱਲਾਂ ਬਾਤਾਂ ਗਿਆਨ ਦੀਆਂ ਕਹਿਣ ਨਾਲ ਜਾਂ ਸੁਣਨ ਨਾਲ ਕੁਛ ਵੀ ਯੋਗ ਜੁੜਨਾ, ਪਰਮਾਤਮਾ ਦਾ ਯੋਗ ਮਿਲਾਪ ਨਹੀਂ ਹੁੰਦਾ। ਗਿਆਨੀ ਰਹਿਤ ਆਗਿਆ ਦ੍ਰਿੜ ਜਾਕੈ। ਹਜ਼ੂਰ ਕਹਿੰਦੇ ਨੇ ਭਾਈ ਗਿਆਨਵਾਨ ਪੁਰਸ਼ ਉਹ ਹੈ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦੀ ਆਗਿਆ ਦ੍ਰਿੜ ਹੈ। ਆਗਿਆ ਦ੍ਰਿੜ ਕਰਨ ਦੀ ਰਹਿਤ ਰਹਿਣੀ ਹੈ, ਜਿਹਦੇ ਹਿਰਦੇ 'ਚ ਆਗਿਆ ਦ੍ਰਿੜ ਹੋਈ ਰਹਿੰਦੀ ਹੈ। ਪਰਮਾਤਮਾ ਦਾ ਹੁਕਮ ਜਿਹੜਾ ਨਾ, ਦੁੱਖ ਸੁਖ ਪਿਆਰੇ ਤੁਧ ਧਿਆਈ, ਜਾਂ ਸੁਖ ਤਾਂ ਸਹੁਰਾਵੇ, ਉਹ ਦੁੱਖ ਵੀ ਸੰਭਾਲੇ ਹੋਏ, ਨਾਨਕ ਕਹੈ ਸਿਆਣੀ ਉਹ ਕੰਤ ਮਿਲਾਵਾ ਹੋਏ। ਇਸ ਤਰ੍ਹਾਂ ਵਾਹਿਗੁਰੂ ਦੀ ਆਗਿਆ ਦ੍ਰਿੜ ਹੈ, ਜਿਹਦੇ ਹਿਰਦੇ ਅੰਦਰ ਰਹਿਣੀ ਨੂੰ, ਆਗਿਆ ਨੂੰ ਦ੍ਰਿੜ ਕੀਤਾ ਹੋਇਆ। ਉਸਨ ਸੀਤ ਸਮਸਰ ਸਭ ਤਾਕ ਹੈ, ਉਸ ਵਾਸਤੇ ਉਸਨ ਗਰਮੀ ਤੇ ਸੀਤ ਪਾਲਾ ਠੰਡ, ਸਮਸਰ ਬਰਾਬਰ ਹੈ ਉਸ ਦੇ ਤਾਈਂ। ਹੁਣ ਗਰਮੀ ਤੇ ਪਾਲੇ ਠੰਡ ਤੋਂ ਮਤਲਬ ਕੀ,
ਉਸਨ ਗਰਮੀ ਸਾਨੂੰ ਤਪਾਉਂਦੇ ਨੇ ਦੁੱਖ, ਅਤੇ ਸੀਤ ਸੁੱਖ ਸਾਨੂੰ ਠੰਡ ਦਿੰਦਾ, ਚੰਗਾ ਲੱਗਦਾ। ਸੋ ਇਸ ਪ੍ਰਕਾਰ ਦੁੱਖ ਅਤੇ ਸੁੱਖ ਉਹਦੇ ਵਾਸਤੇ ਸਮਸਰ ਬਰਾਬਰ ਹੈ। ਗਿਆਨੀ ਤਤ ਗੁਰਮੁਖ ਵਿਚਾਰੀ, ਗਿਆਨਵਾਨ ਉਹ ਹੈ ਜੋ ਗੁਰਾਂ ਦੇ ਸਨਮੁਖ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਉਸ ਤਤ ਸਰੂਪ ਪਰਮਾਤਮਾ ਦਾ ਵਿਚਾਰਵਾਨ ਬਣ ਗਿਆ। ਵਾਹਿਗੁਰੂ ਨੂੰ ਹੀ ਹਿਰਦੇ 'ਚ ਵਿਚਾਰਦਾ ਰਹਿੰਦਾ, ਤਤ ਸਰੂਪ ਨੂੰ। ਪਰ ਨਾਨਕ ਜਾਗੋ ਕਿਰਪਾਧਾਰੀ, ਹਜ਼ੂਰ ਕਹਿੰਦੇ ਨੇ ਇਹ ਅਵਸਥਾ ਉਸ ਦੀ ਹੈ ਜਿਸ ਦੇ ਉੱਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਉਹੀ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਤਤ ਸਰੂਪ ਨੂੰ ਵਿਚਾਰਨ ਵਾਲਾ ਬਣਿਆ। ਸ਼ਲੋਕ ਸਤਿਗੁਰੂ ਮਹਾਰਾਜ ਅਗਲਾ ਸ਼ਲੋਕ ਉਚਾਰਨ ਕਰਦੇ ਨੇ ਭਈ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ। ਆਉਣ ਨੂੰ ਸਾਰੇ ਇੱਕੋ ਜਿਹੇ ਢੰਗ ਨਾਲ ਸੰਸਾਰ 'ਚ ਜੀਵ ਆਏ ਨੇ। ਇੱਕ ਐਸੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਤਾਈਂ ਬੁੱਝਿਆ, ਸਮਝਿਆ ਜਾਂ ਆਪਣੇ ਜੀਵਨ ਦਾ ਮਨੋਰਥ ਬੁੱਝਿਆ, ਉਹ ਵੀ ਆਏ ਨੇ। ਉਹਨਾਂ ਵਾਂਗ ਹੋਰ ਵੀ ਲੋਕ ਆਉਣ ਨੂੰ ਤਾਂ ਆਏ ਹੀ ਹੋਏ ਨੇ। ਇੱਕੋ ਜਿਹੇ ਢੰਗ ਨਾਲ ਸੰਸਾਰ 'ਤੇ ਲੋਕ ਆਏ ਨੇ, ਪਰ ਇੱਕ ਉਹ ਨੇ ਜਿਨ੍ਹਾਂ ਬੁੱਝਿਆ ਨਹੀਂ। ਆਉਣ ਨੂੰ ਤਾਂ ਉਹ ਵੀ ਸ੍ਰਿਸ਼ਟੀ 'ਚ ਆਏ ਹੀ ਹੋਏ ਨੇ ਜਨਮ ਲੈ ਕੇ, ਪਰ ਜਿਨ੍ਹਾਂ ਆਉਣ ਦਾ ਮਨੋਰਥ ਨਹੀਂ ਬੁੱਝਿਆ ਜਾਂ ਵਾਹਿਗੁਰੂ ਪਰਮਾਤਮਾ ਦੀ ਸੂਝ ਬੂਝ ਗਿਆਤ ਸਮਝ ਨਹੀਂ ਪ੍ਰਾਪਤ ਕੀਤੀ, ਬਿਨ ਬੂਝੇ ਪਸ ਢੋਰ। ਪਸ ਪਸ਼ੂ ਅਤੇ ਢੋਰ ਪਸ਼ੂਆਂ ਦਾ ਚਾਰਾ ਢੋਣ ਵਾਲੇ ਪਸ਼ੂ। ਇੱਕ ਹੁੰਦੇ ਨੇ ਕੋਤਲ ਪਸ਼ੂ, ਜਿਵੇਂ ਦੁਧਾਰੂ ਹਨ, ਦੁੱਧ ਦੇਣ ਵਾਲੇ, ਜਾਂ ਗੱਡੀਆਂ ਬਹਿਲਾਂ ਦੇ ਅੱਗੇ ਵਗਣ ਵਾਲੇ, ਖੇਤਾਂ 'ਚ ਹਲਾਂ ਦੇ ਅੱਗੇ ਵਗਣ ਵਾਲੇ, ਉਹਨਾਂ ਨੂੰ ਕਹਿੰਦੇ ਨੇ ਕੋਤਲ ਪਸ਼ੂ। ਅਤੇ ਇੱਕ ਉਹਨਾਂ ਪਸ਼ੂਆਂ ਦਾ ਚਾਰਾ ਢੋਣ ਲਈ ਰੱਖੇ ਹੁੰਦੇ ਨੇ ਖੋਤੇ ਆਦਿਕ, ਉਹਨਾਂ ਨੂੰ ਕਹਿੰਦੇ ਢੋਰ ਪਸ਼ੂ। ਸੋ ਹਜ਼ੂਰ ਕਹਿੰਦੇ ਨੇ ਉਹ ਪਸ਼ੂ ਅਤੇ ਖੋਤੇ ਨੇ ਬਿਲਕੁਲ ਚਾਰਾ ਢੋਣ ਵਾਲੇ ਪਸ਼ੂਆਂ ਦਾ। ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੋਰ। ਹਜ਼ੂਰ ਕਹਿੰਦੇ ਨੇ ਭਈ ਉਹੀ ਗੁਰਮੁਖ ਗੁਰਾਂ ਦੇ ਸਨਮੁਖ ਹੋ ਕੇ ਬੁੱਝਦਾ, ਸਮਝਦਾ ਹੈ ਇੱਥੇ ਆਉਣ ਦੇ ਮਨੋਰਥ ਨੂੰ, ਜਿਸ ਦੇ ਮੱਥੇ 'ਤੇ ਮਥੋਰ, ਮੱਥੇ ਉੱਪਰ ਭਾਗ ਚੰਗੇ ਲਿਖੇ ਹੋਏ ਨੇ। ਹੁਣ ਸਵਾਲ ਖੜ੍ਹਾ ਹੁੰਦਾ ਵੀ ਭਾਗ ਪ੍ਰਮਾਤਮਾ ਇੱਕੋ ਜਿਹੇ ਕਿਉਂ ਨਹੀਂ ਲਿਖਦਾ? ਤਾਂ ਉਹਦਾ ਇਹੀ ਜਵਾਬ ਹੈ ਕਿ ਸਾਰਿਆਂ ਦੇ ਕਰਮ ਵੱਖਰੇ ਵੱਖਰੇ ਕਮਾਏ ਹੋਏ ਨੇ, ਕਰਮ ਹੀ ਭਾਗ ਬਣਦੇ ਨੇ। ਪਰਮਾਤਮਾ ਨੇ ਜਗਤ ਰਚਨਾ ਕਰਕੇ ਵਿਧਾਨ ਬਣਾ ਦਿੱਤਾ, ਹੁਣ ਇਹ ਜੀ ਜੋ ਜੋ ਕਰਮ ਕਰਨਗੇ ਉਹੀ ਇਹਨਾਂ ਨੂੰ ਫਲ ਮਿਲੇਗਾ। ਅਤੇ ਜਿਨ੍ਹਾਂ ਚੰਗੇ ਨਿਸ਼ਕਾਮ ਕਰਮ ਕੀਤੇ ਹੋਣ ਉਹਨਾਂ ਨੂੰ ਫਿਰ ਮਸਤਕ 'ਤੇ ਭਾਗ ਪਰਮਾਤਮਾ ਦੀ ਅਗੰਮੀ ਕਲਮ ਲਿਖਦੀ ਹੈ, ਅਤੇ ਉਹਦੇ ਅਨੁਸਾਰ ਫਿਰ ਉਹ ਇਸ ਅਵਸਥਾ ਚਲੇ ਜਾਂਦੇ ਨੇ ਕਿ ਆਉਣ ਦਾ ਮਨੋਰਥ ਬੁੱਝ ਲੈਂਦੇ, ਪਰਮਾਤਮਾ ਦੇ ਬਾਰੇ 'ਚ ਸੂਝ ਬੂਝ ਪ੍ਰਾਪਤ ਕਰ ਲੈਂਦੇ ਨੇ ਸਤਿਗੁਰਾਂ ਦੁਆਰਾ। ਹੁਣ ਪੌੜੀ ਵਿੱਚ ਸਤਿਗੁਰੂ ਖੁਲਾਸਾ ਕਰ ਰਹੇ ਨੇ, ਯਾ ਯੁੱਗ ਮਹਿ ਇੱਕ ਹੈ ਕੋ ਆਇਆ। ਇਹ ਅੱਖਰ ਨੇ ਉਪਦੇਸ਼ ਦੇ ਰਹੇ ਨੇ ਕਿ ਇਸ ਯੁੱਗ ਜ਼ਮਾਨੇ ਅੰਦਰ, ਇਸ ਸੰਸਾਰ ਦੇ ਅੰਦਰ ਜੀਵ ਇੱਕੋ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਆਇਆ ਹੈ, ਇੱਕੋ ਕੰਮ ਲਈ, ਵਾਹਿਗੁਰੂ ਦੀ ਬੰਦਗੀ ਕਰਨ ਲਈ, ਇੱਕ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਆਇਆ ਹੈ। ਮਨੁੱਖਾ ਜਨਮ ਮਿਲਿਆ ਹੀ ਤਾਂ, ਕਿਉਂਕਿ ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਵੇਖੈ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪੁਰਾਣੀ। ਆਇਆ ਤਾਂ ਸੀ ਪਰਮਾਤਮਾ ਦਾ ਭਜਨ ਸਿਮਰਨ ਕਰਨ ਸੁਣਨ ਵਾਸਤੇ, ਪਰ ਜਨਮਤ ਮੋਹਿਓ ਮੂੰਹ ਨਹੀਂ ਮਾਇਆ। ਜਿਹੜੀ ਮੋਹਤ ਕਰ ਲੈਣ ਵਾਲੀ, ਮੋਹਣੀ, ਸੁੰਦਰ ਲੱਗਣ ਵਾਲੀ, ਮਨਾਂ ਨੂੰ ਆਪਣੇ 'ਚ ਖਿੱਚ ਪਾਉਣ ਵਾਲੀ ਜਿਹੜੀ ਮਾਇਆ ਹੈ, ਇਹ ਜਨਮਦਿਆਂ ਸਾਰੀ, ਜਨਮ ਲੈਂਦਿਆਂ ਸਾਰੇ ਉਸ ਮਾਇਆ 'ਚ ਮੋਹਿਆ ਗਿਆ। ਜਿਵੇਂ ਬਚਨ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਦੁਨੀਆ ਮਾਇਆ ਹੀ ਹੈ। ਇਹ ਨਹੀਂ ਵੀ ਜਨਮ ਲੈਂਦਿਆਂ ਦਮੜਿਆਂ ਦਾ ਪ੍ਰੇਮੀ ਬਣ ਗਿਆ, ਨਹੀਂ। ਜਨਮ ਲੈਂਦਿਆਂ ਸਾਰ ਇਹ ਦ੍ਰਿਸ਼ਮਾਨ ਪ੍ਰਪੰਚ ਦੱਸਣ ਲੱਗ ਪਿਆ, ਇਸ 'ਚ ਮੋਹਿਆ ਗਿਆ। ਜਿਹੜੀ ਲਿਵ ਲੱਗੀ ਸੀ ਮਾਂ ਦੇ ਗਰਭ ਵਿੱਚ ਪਰਮੇਸ਼ਰ ਨਾਲ, ਅਤੇ ਉਸ ਵੇਲੇ ਤਾਂ ਇਸ ਮਾਇਆ ਤੋਂ ਪਰੇ ਸੀ। ਜਨਮ ਲੈਂਦਿਆਂ ਸਾਰ ਮਾਇਆ ਦਾ ਪ੍ਰਭਾਵ ਪੈ ਗਿਆ। ਮਾਂ ਦੇ ਅਸਥਣਾ ਦਾ ਦੁੱਧ ਜਿਹੜਾ ਸੀ ਉਹਦੀ ਤ੍ਰਿਸ਼ਨਾ, ਫਿਰ ਸਹਿਜੇ ਸਹਿਜੇ ਤ੍ਰਿਸ਼ਨਾ ਵੱਧਦੀ ਗਈ, ਵੱਡਾ ਹੁੰਦਾ ਗਿਆ ਅਤੇ ਤ੍ਰਿਸ਼ਨਾ ਵੱਧਦੀ ਗਈ। ਇਸ ਤਰ੍ਹਾਂ ਇਸ ਮੋਹਣੀ ਮਾਇਆ 'ਚ ਮੋਹਿਆ ਗਿਆ ਜਨਮ ਲੈਂਦਿਆਂ ਸਾਰ। ਗਰਭ ਕੁੰਟ ਮਹਿ ਉਰਦ ਤਪ ਕਰਤੇ। ਇਹ ਜਿੰਨੇ ਜੀਵ ਹਨ ਜਨਮ ਲੈ ਕੇ ਆਏ, ਮਾਂ ਦਾ ਜਿਹੜੇ ਗਰਭ ਦਾ ਕੁੰਡ ਹੈ ਉੱਥੇ ਉਰਦ ਤਪ ਕਰਤੇ। ਉਰਦ ਪੁੱਠੇ ਹੋ ਕੇ, ਕਿਉਂਕਿ ਮਾਂ ਦੇ ਪੇਟ ਵਿੱਚ ਬੱਚਾ ਪੁੱਠਾ ਹੁੰਦਾ, ਪੈਰ ਮੁੱਖ ਤਲੈ, ਪੈਰ ਉੱਪਰ ਵਸੰਦੋ ਕੋਥੜਾ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰਾ ਹੈ ਜਿਸ ਦਾ ਨਾਮ। ਜਿਸ ਦੇ ਨਾਮ ਦੁਆਰਾ ਤੂੰ ਬਚ ਗਿਆ, ਮਾਂ ਦੇ ਪੇਟ ਵਿੱਚੋਂ ਜਿਉਂਦਾ ਜਾਗਦਾ ਤੂੰ ਜਨਮ ਲੈ ਕੇ ਬਾਹਰ ਆ ਗਿਆ, ਜਿਸ ਪਰਮਾਤਮਾ ਦੇ ਨਾਮ ਦੀ ਬਦੌਲਤ
ਉਸ ਧਣੀ ਪਾਤਸ਼ਾਹ ਮਾਲਕ ਪਤੀ ਨੂੰ ਕਿਉਂ ਵਿਸਾਰੇ। ਹਜ਼ੂਰ ਕਹਿੰਦੇ ਨੇ ਰਕਤ ਬਿੰਦ ਕਰ ਨਿੰਮਿਆ, ਮਾਂ ਦੇ ਸਰੀਰ ਦਾ ਰਕਤ ਖੂਨ ਤੇ ਪਿਤਾ ਦੇ ਸਰੀਰ ਦਾ ਪਾਣੀ, ਇਹਨਾਂ ਦੋਵਾਂ ਦੇ ਸੰਜੋਗ ਤੋਂ ਨਿੰਮਿਆ ਗਿਆ, ਤੇਰਾ ਸਰੀਰ ਬਣਨਾ ਸ਼ੁਰੂ ਹੋਇਆ। ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ, ਮਾਂ ਦੇ ਪੇਟ ਦੀ ਅੱਗ ਵਿੱਚ ਉਰਦ ਮੁਖ, ਤੇਰਾ ਮੂੰਹ ਪੁੱਠਾ ਸੀ। ਕੁਚੀਲ ਬਿਕਲ, ਗੰਦੀ ਮੰਦੀ ਤੇ ਬਿਕਲ ਡਰਾਉਣੀ ਜਿਹੀ ਉਹ ਥਾਂ ਸੀ। ਨਰਕ ਘੋਰ ਗੁਬਾਰ, ਮਾੜਾ ਮੋਟਾ ਨਰਕ ਨਹੀਂ, ਘੋਰ ਭਿਆਨਕ ਅੰਧਾ ਗੁਬਾਰ, ਗੁਬਾਰ ਹਨੇਰਾ ਹੀ ਹਨੇਰਾ ਜਿੱਥੇ, ਉਹ ਨਰਕ ਸੀ ਮਾਂ ਦਾ ਪੇਟ। ਨਰਕ ਘੋਰ ਗੁਬਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲਹਿ, ਮਨ ਤਨ ਉਤਾਰ। ਵਾਹਿਗੁਰੂ ਦਾ ਸਿਮਰਨ ਕਰਦਾ ਸੀ ਪਰਾ ਬਾਣੀ ਰਾਹੀਂ ਚੇਤੇ ਵਿੱਚ, ਇਹਨੇ ਵੀ ਉੱਥੇ ਕੋ ਅੱਖਰ ਹੁੰਦੇ ਨੇ ਨਹੀਂ। ਸੋ ਹਜ਼ੂਰ ਕਹਿੰਦੇ ਨੇ ਕਿ ਉਸ ਵੇਲੇ ਹਰ ਸਿਮਰਤ, ਰੱਬ ਦਾ ਤੂੰ ਸਿਮਰਨ ਕਰਦਾ ਸੀ, ਤੂੰ ਨਾ ਜਲ, ਤਾਂ ਤੂੰ ਜਲਦਾ ਨਹੀਂ ਤੇ ਮਾਂ ਦੇ ਪੇਟ ਦੀ ਅੱਗ ਵਿੱਚ ਤੂੰ ਸੜ ਜਾਣਾ ਸੀ। ਮਨ ਤਨ ਉਤਾਰ, ਹੁਣ ਵੀ ਫਿਰ ਉਸ ਪਰਮਾਤਮਾ ਦੇ ਨਾਮ ਨੂੰ ਮਨ ਤੇ ਤਨ ਦੇ ਅੰਦਰ ਧਾਰਨ ਕਰ। ਬਿਖਮ ਥਾਨੋ ਜਿਨ ਰੱਖਿਆ, ਕਠਨ ਥਾਂ ਸੀ ਜਿੱਥੋਂ ਬਚਣਾ ਬੜਾ ਕਠਨ ਹੋ, ਇਹਨੂੰ ਕਹਿੰਦੇ ਔਖੀ ਥਾਂ। ਕਠਨ ਥਾਨੋ ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਤੈਨੂੰ ਤਾਂ ਚਾਹੀਦਾ ਵੀ ਤਿਲ ਮਾਤਰ ਵੀ ਵਾਹਿਗੁਰੂ ਨੂੰ ਭੁਲਾਏ ਨਾ। ਹਰ ਬਿਸਰਤ ਸੁੱਖ ਕਦੇ ਨਾ ਹੈ, ਰੱਬ ਨੂੰ ਭੁਲਾ ਕੇ ਤੈਨੂੰ ਦੱਸ ਦਈਏ ਕਦੇ ਵੀ ਸੁੱਖ ਨਹੀਂ ਮਿਲੇਗਾ। ਹਰ ਬਿਸਰਤ ਸੁੱਖ ਕਦੇ ਨਾ ਹੈ, ਜਸ ਹੈ ਜਨਮ ਹਾਰ। ਮਨੁੱਖਾ ਜਨਮ ਦੀ ਬਾਜੀ ਵਿਸ਼ਿਆਂ ਵਿਕਾਰਾਂ ਦੇ ਜੂਏ 'ਚ ਹਾਰ ਕੇ ਜਾਸਾਂ ਚਲੇ ਜਾਏਗਾ, ਪੱਲੇ ਤੇਰੇ ਕੱਖ ਨਹੀਂ ਪੈਣਾ। ਜਿੱਥੇ ਤੂੰ ਚੰਬੜਿਆ ਹੋਇਆ ਇੱਥੇ ਸੁੱਖ ਹੈ ਹੀ ਨਹੀਂ, ਇੱਥੋਂ ਕੁਛ ਨਹੀਂ ਲੱਭਣਾ। ਮਨ ਕਰਕੇ ਇਸ ਵਿੱਚੋਂ ਨਿਕਲ। ਹਜ਼ੂਰ ਕਹਿੰਦੇ ਗਰਭ ਕੁੰਟ ਮੈਂ ਉਰਦ ਤਪ ਕਰਤੇ, ਪੁੱਠੇ ਹੋ ਕੇ ਤਪ ਕਰਦੇ ਸੀ। ਸਾਹ ਸਾਹ ਸਿਮਰਤ ਪ੍ਰਭ ਰਹਿਤੇ, ਉਦੋਂ ਇਹ ਜੀਵ ਸਾਹ ਸਾਹ ਨਾਲ ਪਰਮੇਸ਼ਰ ਦਾ ਸਿਮਰਨ ਕਰਦੇ ਰਹਿੰਦੇ ਸੀ। ਉਰਜ ਪਰੇ ਜੋ ਛੋੜ ਛਡਾਨਾ, ਜੋ ਛੱਡ ਛਡਾ ਕੇ ਚਲੇ ਜਾਣਾ ਨਾ, ਜਿਹਦਾ ਸਾਥ ਅਸੀਂ ਛੱਡ ਦੇਣਾ, ਜਿਸ ਨੇ ਸਾਨੂੰ ਛੱਡ ਦੇਣਾ, ਉਹਦੇ ਵਿੱਚ ਉਲਝ ਪਏ ਫਸ ਰਹੇ ਹਨ ਜੀਵ। ਦੇਵਨਹਾਰ ਮਨ ਹੈ ਬਿਸਰਾਮਨਾ, ਤੇ ਜਿਹੜੇ ਸਭ ਕੁਝ ਦੇਣ ਵਾਲਾ, ਜਿਹਨੇ ਤਨ ਦਿੱਤਾ, ਮਨ ਦਿੱਤਾ, ਸਵਾਸ ਦਿੱਤੇ, ਧਨ ਦਿੱਤਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਦੇਵਨਹਾਰ, ਸਭ ਕੁਝ ਬਖਸ਼ਣ ਵਾਲਾ ਪਰਮਾਤਮਾ ਮਨ ਹੈ ਬਿਸਰਾਨਾ, ਮਨ ਵਿੱਚੋਂ ਬਿਸਰਾਰ ਹੀ ਛੱਡਿਆ, ਤਿਆਗ ਹੀ ਦਿੱਤਾ, ਵਾਹਿਗੁਰੂ ਦਾ ਚੇਤਾ ਹੀ ਭੁਲਾ ਦਿੱਤਾ। ਧਾਰੋ ਕਿਰਪਾ ਜਿਸ ਹੈ ਗੁਸਾਈ, ਹਜ਼ੂਰ ਕਹਿੰਦੇ ਨੇ ਹੈ ਸ੍ਰਿਸ਼ਟੀ ਦੇ ਸਾਈਂ ਮਾਲਕ, ਗੋ ਸ੍ਰਿਸ਼ਟੀ ਦੇ ਮਾਲਕ ਵਾਹਿਗੁਰੂ ਜੀ, ਇਹ ਵੀ ਤੁਹਾਡੀ ਕਿਰਪਾ ਹੀ ਹੈ, ਜਿਸ ਦੇ ਪਰ ਤੁਸੀਂ ਕਿਰਪਾ ਧਾਰਦੇ ਹੋ, ਕਿਰਪਾ ਕਰਦੇ ਹੋ। ਇਤ ਉਤ ਨਾਨਕ ਤਿਸ ਬਿਸਰਹੁ ਨਾਹੀ, ਹੈ ਵਾਹਿਗੁਰੂ ਜੀ ਇੱਥੇ ਵੀ ਤੇ ਉੱਥੇ ਵੀ, ਉਹਨੂੰ ਤੁਸੀਂ ਕਿਧਰੇ ਵੀ ਭੁੱਲਦੇ ਨਹੀਂ ਹੋ, ਇੱਥੇ ਉੱਥੇ ਜਿੱਧਰ ਮਰਜ਼ੀ ਉਤਰਿਆ ਫਿਰੇ। ਸੋ ਉਸ ਦੇ ਤਾਈਂ ਤੁਸੀਂ ਨਹੀਂ ਵਿਸਰਦੇ, ਇਹ ਤੁਹਾਡੀ ਕਿਰਪਾ ਹੈ। ਜੇ ਤੁਸੀਂ ਕਿਰਪਾ ਨਾ ਕਰੋ ਤੇ ਜੀਵ ਤੁਹਾਨੂੰ ਕਿੱਥੇ ਚੇਤਾ ਕਰ ਸਕਦਾ, ਤੁਹਾਡਾ ਸਿਮਰਨ ਜੀਵ ਨਹੀਂ ਕਰ ਸਕਦੇ। ਤੁਸੀਂ ਜਿਸ ਤੇ ਕਿਰਪਾ ਕਰਦੇ ਹੋ ਫਿਰ ਤੁਹਾਨੂੰ ਇੱਥੇ ਉੱਥੇ ਵਿਸਾਰਦਾ ਨਹੀਂ ਹੈ। ਸ਼ਲੋਕ ਗੁਰਦੇਵ ਪੰਚਮ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਦੇ ਨੇ, ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨਾ ਕੋਈ। ਜੀਵ ਆਉਂਦੇ ਹਨ ਹੁਕਮ ਦੇ ਅੰਦਰ, ਤੇ ਸਰੀਰਾਂ ਦਾ ਵਿਨਾਸ਼ ਹੁੰਦਾ ਹੁਕਮ ਦੇ ਅੰਦਰ। ਵਾਹਿਗੁਰੂ ਦੀ ਆਗਿਆ ਤੋਂ ਭਿੰਨ ਬਾਹਰਾ ਬਗੈਰ ਨਾ ਕੋਈ, ਆਗਿਆ ਤੋਂ ਭਿੰਨ ਵੱਖਰਾ ਆਗਿਆ ਹੁਕਮ ਤੋਂ ਬਗੈਰ ਤੇ ਕੋਈ ਵੀ ਨਹੀਂ ਹੈ। ਪਰ ਹਜ਼ੂਰ ਕਹਿੰਦੇ ਨੇ ਆਮਨ ਜਾਣਾ ਤਿਹ ਮਿਟੈ ਨਾਨਕ ਜਿਹ ਮਨ ਸੋਏ, ਆਉਣਾ ਜਾਣਾ ਤਿਸ ਦਾ ਹੀ ਮਿਟਦਾ ਹੈ, ਭਾਵ ਜੰਮਣਾ ਮਰਨਾ ਉਸ ਦਾ ਹੀ ਖਤਮ ਹੁੰਦਾ ਹੈ, ਜਿਸ ਦੇ ਮਨ ਵਿੱਚ ਉਹ ਪਰਮਾਤਮਾ ਵਸ ਜਾਏ, ਵਾਹਿਗੁਰੂ ਦੀ ਯਾਦ ਜਿਹਦੇ ਮਨ ਵਿੱਚ ਹੈ। ਪੌੜੀ ਇਹੋ ਜੀ ਬਹੁਤ ਗਰਭ ਵਾਸੇ, ਇਹ ਜਿਹੜਾ ਜੀਵ ਹੈ ਇਹਨੇ ਇੱਕ ਵਾਰੀ ਨਹੀਂ ਗਰਭ ਵਿੱਚ ਵਾਸਾ ਕੀਤਾ, ਅਨੇਕਾਂ ਵਾਰੀ ਕੀਤਾ। ਜਿਵੇਂ ਕਿਹਾ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ। ਇਹ ਰਾਮ ਵਾਹਿਗੁਰੂ ਜੀ ਤੁਹਾਡੇ ਹੁਕਮ ਅੰਦਰ ਜਦੋਂ ਅਸੀਂ ਗਰਭਾਂ 'ਚ ਪੈਣ ਲੱਗ ਪਏ, ਤੇ ਜਿਹੜਾ ਹੁਣ ਘਰ ਵਸਾਇਆ ਉਹ ਜੇ ਕਈ ਘਰ ਅਸੀਂ ਵਸਾ ਚੁੱਕੇ ਹਾਂ। ਮੋਹ ਮਗਨ ਮੀਠ ਜੋਨ ਫਾਸੇ, ਜਿਹੜਾ ਮਾਇਆ ਦਾ ਮੋਹ ਹੈ ਇਹ ਬੜਾ ਮਿੱਠਾ ਲੱਗ ਰਿਹਾ ਜੀਆਂ ਨੂੰ, ਤੇ ਇਸ ਮਿੱਠੇ ਮੋਹ ਵਿੱਚ ਮਗਨ ਹੋਏ, ਮਸਤ ਹੋਏ ਹੋਏ ਜੀਵ ਜੂਨਾਂ 'ਚ ਫਸ ਗਏ।
ਇਹ ਮੋਹ ਹੀ ਹੈ ਜਿਹੜਾ ਜੂਨਾਂ 'ਚ ਪਾਉਂਦਾ। ਅੰਤ ਵੇਲੇ ਜਿਹੋ ਜਿਹੀ ਵਾਸ਼ਨਾ ਫੁਰਦੀ ਉਹਦੇ ਅਨੁਸਾਰ ਫਿਰ ਜਨਮ ਹੁੰਦਾ। ਜੇ ਲੜਕੇ ਦਾ ਸਿਮਰਨ ਕਰੇ, ਅੰਤ ਵੇਲੇ ਚੇਤਾ ਕਰੇ, ਤੇ ਮਹਾਰਾਜ ਸੂਰ ਦੀ ਜੂਨ 'ਚ ਪਾ ਦਿੰਦੇ ਆ ਵੀ ਲੈ 12 ਬੱਚੇ ਸੂਰਾਂ ਦੇ ਖੜਾਈ ਚੱਲ। ਇਹ ਜਿੱਥੇ ਸੁਰਤ ਰਹਿ ਜੇ ਉਸ ਲਿਹਾਜ਼ ਨਾਲ ਜਨਮ ਹੁੰਦਾ। ਇਸ ਤਰ੍ਹਾਂ ਮੋਹ ਦੇ ਮਿੱਠੇ ਮੋਹ ਵਿੱਚ ਮਗਨ ਹੋ ਕੇ ਇਹ ਜੀਵ ਜੂਨਾਂ 'ਚ ਫਸ ਗਏ। ਇਨ ਮਾਇਆ ਤ੍ਰੈ ਗੁਣ ਬਸ ਕੀਨੇ। ਇਸ ਮਾਇਆ ਨੇ ਆਪਣੇ ਤਿੰਨਾਂ ਗੁਣਾਂ ਦੁਆਰਾ, ਆਪਣੇ ਤਿੰਨ ਸੁਭਾਵਾਂ ਦੁਆਰਾ ਵਸ ਵਿੱਚ ਕੀਤੇ ਹੋਏ ਨੇ ਜੀਵ। ਆਪਨ ਮੋਹ ਘਟੇ ਘਟ ਦੀਨੇ। ਇਸ ਮਾਇਆ ਨੇ ਆਪਣਾ ਮੋਹ ਹਰ ਇੱਕ ਹਿਰਦੇ ਅੰਦਰ ਬਖਸ਼ ਦਿੱਤਾ ਹੋਇਆ, ਵਸਾਇਆ ਹੋਇਆ। ਇਹ ਸਾਜਨ ਕਛ ਕਹੋ ਉਪਾਇਆ। ਹਰੇ ਕਹਿੰਦੇ ਹੇ ਸੱਜਣ, ਭਾਵ ਕੋਈ ਐਸਾ ਸੱਜਣ ਮਿਲੇ ਰੱਬ ਦਾ ਸੰਤ, ਕੁਛ ਉਪਾਅ ਕਹੋ, ਭਾਵ ਦੱਸੋ, ਕੋਈ ਉਪਾਅ ਯਤਨ ਦੱਸੋ ਮੇਰੇ ਤਾਈਂ। ਜਾਂ ਤੇ ਤਰੋ ਬਿਖਮ ਇਹ ਮਾਇਆ, ਜਿਸ ਕਰਕੇ ਇਹ ਜਿਹੜੀ ਬਿਖਮ ਕਠਨ ਤਰੀ ਜਾਣ ਵਾਲੀ ਮਾਇਆ, ਇਸ ਮਾਇਆ ਤੋਂ ਤਰ ਕੇ ਮੈਂ ਅੱਗੇ ਲੰਘ ਜਾਵਾਂ। ਕਰ ਕਿਰਪਾ ਸਤ ਸੰਗ ਮਿਲਾਏ। ਹਜ਼ੂਰ ਹੁਣ ਦੱਸ ਰਹੇ ਨੇ ਵੀ ਜੇ ਕਿਰਪਾ ਕਰ ਦੇਵੇ ਵਾਹਿਗੁਰੂ ਤੇ ਸਤ ਸੰਗਤ ਵਿੱਚ ਮਿਲਾ ਦੇਵੇ, ਨਾਨਕ ਤਾ ਕੈ ਨਿਕਟ ਨਾ ਮਾਏ। ਹਜ਼ੂਰ ਫਰਮਾਉਂਦੇ ਨੇ ਉਸ ਦੇ ਨੇੜੇ ਇਹ ਮਾਏ, ਜਿਹੜੀ ਮਾਇਆ ਹੈ, ਨਹੀਂ ਉਹਦੇ ਨੇੜੇ ਆ ਸਕਦੀ। ਵਿੱਚ ਭਾਵੇਂ ਰਹਿੰਦਾ ਮਾਇਆ ਦੇ, ਸੰਸਾਰ ਦੇ, ਪਰ ਵਿੱਚ ਰਹਿੰਦਾ ਹੋਇਆ ਹੀ ਨਿਰਲੇਪ ਹੋਵੇਗਾ। ਮਾਇਆ ਉਹਦੇ 'ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਉਹਦੇ ਮਨ ਦੇ ਨੇੜੇ ਨਹੀਂ ਆ ਸਕਦੀ। ਸ਼ਲੋਕ ਹਜ਼ੂਰ ਬਚਨ ਫਰਮਾਉਂਦੇ ਨੇ ਭਈ ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਨ ਪ੍ਰਭਾਵ। ਇਹ ਜਿਹੜੇ ਜੀਵ ਨੇ ਇਹ ਕਰਮਾਂ ਦੀ ਕਿਰਤ ਜੋ ਕਮਾ ਰਹੇ ਨੇ, ਕੋਈ ਸ਼ੁਭ ਕਰਮ ਕਰਦੇ ਨੇ, ਕੋਈ ਅਸ਼ੁਭ, ਕੋਈ ਚੰਗੇ ਕੋਈ ਮੰਦੇ। ਪਰ ਜਿੰਨੇ ਵੀ ਜੀਵ ਹਨ ਉਸ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹੋਏ ਨੇ। ਬਸ ਆਪਨ ਹਉ ਕਰੈ, ਨਾਨਕ ਬਿਨ ਹਰ ਕਹਾਂ ਕਮਾਲ। ਜਿਹੜਾ ਜੀਵ ਕੁਛ ਚੰਗਾ ਕਰਮ ਹੋ ਜਾਏ ਇਹਦੇ ਹੱਥੋਂ ਤੇ ਹਉ ਮੈਂ ਕਰਦਾ, ਤੇ ਜੇ ਕੋਈ ਮੰਦਾ ਕਰਮ ਹੋ ਜਾਏ ਤੇ ਫਿਰ ਰੱਬ ਨੂੰ ਦੋਸ਼ ਦੇਣ ਲੱਗ ਪੈਂਦਾ। ਹੰਗਤਾ ਧਾਰ ਕੇ ਮੰਦਾ ਤੇ ਚੰਗਾ ਜੋ ਵੀ ਕਰਮ ਕਮਾਇਆ, ਇਹ ਦੁੱਖਾਂ ਦਾ ਕਾਰਨ ਹੈ, ਜੰਮਣ ਮਰਨ ਵਿੱਚ ਪਾ ਛੱਡੇ। ਹਜ਼ੂਰ ਕਹਿੰਦੇ ਨੇ ਇਹ ਗੱਲ, ਇਹ ਗਿਆਨ ਸਮਝਣਾ ਚਾਹੀਦਾ ਜੀਆਂ ਨੂੰ। ਨਾਨਕ ਬਿਨ ਹਰ ਕਹਾਂ ਕਮਾ। ਹਰੀ ਪਰਮਾਤਮਾ ਤੋਂ ਬਗੈਰ, ਉਹਦੀ ਸੱਤਾ ਸਫੁਰਤੀ, ਉਹਦੀ ਆਗਿਆ ਤੋਂ ਬਗੈਰ, ਉਹਦੇ ਹੁਕਮ ਤੋਂ ਬਗੈਰ, ਉਹਦੀ ਬਖਸ਼ੀ ਤਾਕਤ ਬੁੱਧੀ ਤੋਂ ਬਗੈਰ ਕਹਾਂ ਕਮਾ, ਕਿੱਥੇ ਕੋਈ ਕਮਾ ਸਕਦਾ ਕਰਮ। ਵਾਹਿਗੁਰੂ ਦੇ ਹੁਕਮ ਤੋਂ ਬਗੈਰ ਕੋਈ ਜੀਵ ਕਰਮ ਕਮਾ ਹੀ ਨਹੀਂ ਸਕਦਾ। ਦੋ ਤਰ੍ਹਾਂ ਦਾ ਉਪਦੇਸ਼ ਮਿਲ ਰਿਹਾ ਇਸ ਬਚਨ ਤੋਂ। ਆਪਣੇ ਕੋਲੋਂ ਚੰਗਾ ਆਇਆ ਜਾਂ ਅਸੀਂ ਚੰਗਾ ਕਰ ਰਹੇ ਹਾਂ ਤੇ ਕਹੋ ਵਾਹਿਗੁਰੂ ਤੇਰਾ ਸ਼ੁਕਰਾਨਾ ਹੈ, ਤੂੰ ਸਾਡੇ ਹੱਥੋਂ ਕੋਈ ਚੰਗਾ ਕਰਾਇਆ। ਤੇ ਜਿਹੜੇ ਹੋਰਨਾਂ ਨੂੰ ਵੇਖਦੇ ਆ ਵੀ ਕੋਈ ਬੁਰਾ ਕਰਮ ਕਮਾ ਰਿਹਾ, ਤੇ ਉੱਥੇ ਵੀ ਇਹ ਸਮਝਣਾ ਕਿ ਵਾਹਿਗੁਰੂ ਦੇ ਹੁਕਮ ਤੋਂ ਬਗੈਰ ਤੇ ਕੋਈ ਮਾੜਾ ਕਰਮ ਵੀ ਨਹੀਂ ਕਮਾ ਸਕਦਾ। ਉਹ ਵੀ ਜੀਵ ਰੱਬ ਦੇ ਹੁਕਮ ਅੰਦਰ ਹੀ ਨੇ। ਜੇ ਚੰਗਾ ਹੋਏ ਤੇ ਕਹੀਏ ਇਹ ਰੱਬ ਦੇ ਹੁਕਮ 'ਚ ਹੋਇਆ, ਵਾਹਿਗੁਰੂ ਦਾ ਧੰਨਵਾਦ, ਸ਼ੁਕਰਾਨਾ। ਜੇ ਕਿਸੇ ਦਾ ਮਾੜਾ ਕਰਮ ਵੇਖੀਏ ਤੇ ਕਹੋ ਵਾਹਿਗੁਰੂ ਆਪ ਹੀ ਬਖਸ਼ਿਸ਼ ਕਰੇ, ਜੇ ਸਮਤ ਬਖਸ਼ਦੇ, ਬੁੱਧ ਬਖਸ਼ਦੇ, ਤੇ ਕਿਉਂ ਇਹ ਜੀਵ ਇੰਜ ਕਰਨ। ਸੋ ਐਸਾ ਗਿਆਨ ਦ੍ਰਿੜ ਕਰਾ ਰਹੇ ਨੇ ਸਤਿਗੁਰੂ। ਪੌੜੀ ਇੱਕ ਹੈ ਆਪ ਕਰਾਵਨ ਹਾਰਾ। ਇੱਕੋ ਇੱਕ ਵਾਹਦ ਹਸਤੀ ਪਰਮਾਤਮਾ ਹੈ ਜੋ ਜੀਆਂ ਤੋਂ ਕਰਮ ਕਰਾਉਣ ਵਾਲਾ ਹੈ। ਆਪ ਹੈ ਪਾਪ ਪੁੰਨ ਵਿਸਥਾਰਾ। ਆਪ ਖੁਦ ਹੀ ਪਰਮਾਤਮਾ ਨੇ ਪਾਪ ਤੇ ਪੁੰਨ ਦਾ ਵਿਸਥਾਰ ਕੀਤਾ। ਜਗਤ ਵਿੱਚ ਪਾਪ ਵੀ ਤੇ ਪੁੰਨ ਵੀ ਆਪ ਹੀ ਫੈਲਾਇਆ ਆਇਆ। ਯਾਨੀ ਸ਼ਿਵ ਸ਼ਕਤੀ ਦਾ ਸੰਯੋਗ ਹੈ, ਪਰਮਾਤਮਾ ਦਾ ਤੇ ਸ਼ਕਤੀ ਮਾਇਆ ਦਾ ਮਿਲਾਪ ਦੁਆਰਾ ਜਗਤ ਬਣਿਆ। ਤੇ ਮਾਇਆ ਆਪਣਾ ਪ੍ਰਭਾਵ ਜੀਆਂ ਤੇ ਪਾ ਕੇ ਮੰਦ ਕਰਮ ਕਰਵਾ ਰਹੀ ਹੈ। ਜੇ ਪਰਮਾਤਮਾ ਮਾਇਆ ਰਚੇ ਹੀ ਨਾ, ਜਾਂ ਮਾਇਆ ਨੂੰ ਉਸੇ ਵੇਲੇ ਸੰਕੋਚ ਲਏ, ਫਿਰ ਕੁਛ ਨਹੀਂ ਹੋਵੇਗਾ ਪਾਪ। ਤੇ ਪਰਮਾਤਮਾ ਵੱਲ ਜਿਹੜਾ ਹੈ ਨਾ ਅੰਦਰੋਂ ਹਿਰਦਾ ਕਿਸੇ ਦਾ, ਉਹ ਪੁੰਨ ਪਵਿੱਤਰ ਕਰਮ ਕਰਦਾ। ਸੋ ਇਸ ਤਰ੍ਹਾਂ ਜਦੋਂ ਮਿਲਾਪ ਜੂ ਦੋਹਾਂ ਦਾ ਹੋਇਆ ਤੇ ਸ੍ਰਿਸ਼ਟੀ ਬਣੀ। ਇਸ ਕਰਕੇ ਪਾਪ ਪੁੰਨ ਦੋਵੇਂ ਚੀਜ਼ਾਂ ਪਰਮਾਤਮਾ ਨੇ ਬਣਾਈਆਂ ਹੋਈਆਂ। ਪਾਪ ਪੁੰਨ, ਝੂਠ ਸੱਚ, ਬੁਰਾ ਭਲਾ, ਵੈਰੀ ਮਿੱਤਰ, ਜਬਰ ਸਬਰ, ਸਭ ਕੁਛ ਹੀ ਵਾਹਿਗੁਰੂ ਨੇ ਰਚਿਆ ਹੈ। ਆਪ ਹੀ ਪਾਪ ਤੇ ਪੁੰਨ ਦਾ ਵਿਸਥਾਰ ਪਰਮਾਤਮਾ ਨੇ ਕੀਤਾ ਹੈ। ਇਹ ਆ ਯੁੱਗ ਜਿਤ ਜਿਤ ਆਪੇ ਹਿਲਾਇਓ। ਇਹ ਯੁੱਗ ਦੇ ਜੀਵ, ਜ਼ਮਾਨੇ ਦੇ ਜੀਵ, ਜਿੱਧਰ ਜਿੱਧਰ ਆਪ ਲਾਇਆ ਹੋਇਆ ਇਸ ਜਗਤ ਨੂੰ, ਸੋ ਪਾਇਓ ਜੋ ਆਪ ਦਿਵਾਇਓ। ਉਹ ਕੁਝ ਇਹਨਾਂ ਜੀਆਂ ਨੇ ਪ੍ਰਾਪਤ ਕੀਤਾ ਜੋ ਪਰਮਾਤਮਾ ਨੇ ਆਪ ਦਿਵਾਇਆ, ਯਾਨੀ ਦਿੱਤਾ ਹੈ। ਜੋ ਆਪ ਦਿਵਾਇਆ, ਬਖਸ਼ਿਆ ਇਹਨਾਂ ਦੇ ਕੋਲ, ਚਾਹੇ ਸਤਿਗੁਰੂ ਦੁਆਰਾ ਜੇ ਬਖਸ਼ਿਆ ਗਿਆਨ, ਕਿਸੇ ਨੂੰ ਕਿਸੇ ਤਰ੍ਹਾਂ ਮਾਇਆ ਦੁਆਰਾ ਗਿਆਨ ਬਖਸ਼ਿਆ ਹੈ। ਇਹ ਪਰਮਾਤਮਾ ਨੇ ਜੋ ਕੁਝ ਇਹਨਾਂ ਜੀਆਂ ਨੇ ਪ੍ਰਾਪਤ ਕੀਤਾ, ਉਹ ਵਾਹਿਗੁਰੂ ਨੇ ਇਹਨਾਂ ਨੂੰ ਦਿੱਤਾ ਹੈ, ਤਾਂ ਹੀ ਪ੍ਰਾਪਤ ਕੀਤਾ।
ਉਹ ਕ ਅੰਤ ਨਾ ਜਾਣੈ ਕੋ। ਉਸ ਪਰਮਾਤਮਾ ਦਾ, ਦੇਣ ਵਾਲੇ ਦਾ ਕੋਈ ਅੰਤ ਨਹੀਂ ਜਾਣ ਸਕਦਾ ਜੀਵ। ਜੋ ਜੋ ਕਰੈ ਸੋ ਫੁਨ ਹੋਊ। ਉਹ ਜੋ ਕੁਛ ਵੀ ਪਰਮਾਤਮਾ ਜੋ ਜੋ ਕਰਦਾ ਹੈ, ਫੁਨ ਉਹ ਬੜੋ ਸੋ ਉਹ ਕੁਛ ਹੀ ਫੁਨ ਫਿਰ ਹੋ ਜਾਂਦਾ ਹੈ। ਜੋ ਕੁਝ ਪਰਮਾਤਮਾ ਕਰਨਾ ਚਾਹੇ ਉਹ ਕੁਝ ਵਾਪਰੇਗਾ। ਜੇ ਵਾਹਿਗੁਰੂ ਨਹੀਂ ਕੁਝ ਕਰਨਾ ਚਾਹੁੰਦਾ ਤੇ ਉਹ ਚੀਜ਼, ਉਹ ਕਰਮ ਹੋਏਗਾ ਨਹੀਂ ਜਗਤ ਵਿੱਚ, ਉਹ ਵਰਤਾਰਾ ਨਹੀਂ ਵਰਤੇਗਾ। ਜੋ ਕੁਛ ਵੀ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਕੁਝ ਹੀ ਫਿਰ ਹੁੰਦਾ ਹੈ। ਇੱਕ ਹੈ ਤੇ ਸਗਲਾ ਵਿਸਥਾਰਾ। ਇੱਕੋ ਇੱਕ ਵਾਦ ਹਸਤੀ ਪਰਮਾਤਮਾ ਤੋਂ ਇਹ ਸਾਰਾ ਵਿਸਥਾਰ ਪਸਾਰਾ ਫੈਲਾਓ ਹੋਇਆ ਹੈ। ਨਾਨਕ ਆਪ ਸਵਾਰਨਹਾਰਾ। ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਅਰਜਨ ਦੇਵ ਜੀ ਕਿ ਆਪ ਖੁਦ ਹੀ ਪਰਮਾਤਮਾ ਜੀਆਂ ਨੂੰ ਸਵਾਰਨ ਵਾਲਾ ਹੈ, ਯਾਨੀ ਕਿ ਸ਼ੁੱਧ ਕਰਨ ਵਾਲਾ, ਪਵਿੱਤਰ ਕਰਨ ਵਾਲਾ, ਵਿਗੜਿਆਂ ਨੂੰ ਸਵਾਰ ਕੇ ਤਾਰਨ ਵਾਲਾ ਹੈ। ਜੇ ਪਰਮਾਤਮਾ ਨਹੀਂ ਸਵਾਰਦਾ ਤੇ ਜੀਵ ਸਵਰਦੇ ਨਹੀਂ ਹਨ। ਇਸ ਕਰਕੇ ਵਾਹਿਗੁਰੂ ਤੇ ਟੇਕ ਰੱਖਣੀ ਚਾਹੀਦੀ, ਸ਼ਰਨ ਪੈਣਾ ਚਾਹੀਦਾ। ਆਪਣਾ ਸਭ ਕੁਝ ਜੋ ਕੋਲ ਹੈ ਪ੍ਰਾਪਤ ਤੋਂ ਵਾਹਿਗੁਰੂ ਦਾ ਦਿੱਤਾ ਸਮਝਣਾ ਚਾਹੀਦਾ। ਜੇ ਮਹਾਰਾਜ ਤੁਸੀਂ ਕੁਝ ਬਖਸ਼ੋਗੇ ਤਾਂ ਸਾਨੂੰ ਮਿਲੇਗਾ। ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਬਣਾਇਆ ਸੀ ਉਸੇ ਤਰ੍ਹਾਂ ਦੇ ਹਾਂ, ਸਾਡੇ 'ਤੇ ਮਿਹਰਮਤ ਕਰੋ, ਸਾਨੂੰ ਸਵਾਰ ਦਿਓ। ਇਹ ਟੇਕ ਰੱਖਣ ਦਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਬਖਸ਼ਣੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।